ਹਰ ਗੁਣ ਗਾਏ ਪਰਮ ਪਦ ਪਾਇਆ। ਸਹਜ ਕਥਾ ਪ੍ਰਭ ਕੀ ਅਤ ਮੀਠੀ। ਪ੍ਰਭ ਕੀ ਉਤਮ ਬਾਣੀ। ਕਥੀ ਅਕਥ ਕਹਾਣੀ। ਰੋਜ਼ ਅਫਜ਼ੂਂ ਜ਼ਾਹੇ ਗੁਰੂ ਗੋਬਿੰਦ ਸਿੰਘ। ਜ਼ੇਬੇ ਤਖਤੋ ਗਾਹੇ ਗੁਰੂ ਗੋਬਿੰਦ ਸਿੰਘ। ਹਰਦੁਆਲਮ ਖੈਲ ਗੁਰੂ ਗੋਬਿੰਦ ਸਿੰਘ। ਜੁਮਲਾ ਅੰਦਰ ਜ਼ੈਲ ਗੁਰੂ ਗੋਬਿੰਦ ਸਿੰਘ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸ਼ੋਭਾਇਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਨੇ ਹਾਜ਼ਰੀਨ ਹੋ ਕੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੁਣਾਂ ਪਾਸੋਂ ਬੜੀ ਸਹਿਜਤਾ ਦੇ ਵਿੱਚ ਸ਼੍ਰੀ ਮੁਖਵਾਕ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਕ ਫੁਰਮਾਨ ਸਰਵਣ ਕੀਤੇ ਹਨ। ਖਾਲਸਾ ਪੰਥ ਦੇ ਪੰਜ ਬਾਣੀਆਂ ਦੇ ਨਿਤਨੇਮ ਵਿੱਚੋਂ ਖੰਡੇ ਦੀ ਪੌਲ ਦੀਆਂ ਪੰਜ ਬਾਣੀਆਂ ਦੇ ਵਿੱਚੋਂ ਤਵੈ ਪ੍ਰਸਾਦ ਸਵਈਏ ਜਿਨ੍ਹਾਂ ਦੀ ਵਿਆਖਿਆ ਚੱਲ ਰਹੀ ਹੈ। ਆਓ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਗੰਮੀ ਬੋਲਾਂ ਦੇ ਨਾਲ ਜੁੜ ਕੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਫਰਮਾਉਂਦੇ ਨੇ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ। ਇਹ ਉਹ ਅਗੰਮੀ ਬਾਣੀ ਹੈ ਜਿਸ ਬਾਬਤ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹੁਕਮ ਕਰਦੇ ਨੇ, ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵਹੋ ਸੁਣੋ ਪੜ੍ਹੋ ਨਿਤ ਭਾਈ, ਗੁਰ ਪੂਰੇ ਤੂੰ ਰਾਖਿਆ। ਕਹਿੰਦੇ ਜਿਹੜਾ ਵੀ ਪ੍ਰਭੂ ਦੀ ਉਸਤਤੀ ਵਾਲੀ ਬਾਣੀ ਨੂੰ ਪੜ੍ਹੇਗਾ ਗਾਵੇਗਾ, ਗੁਰ ਪੂਰੇ ਤੂੰ ਰਾਖਿਆ, ਉਹਦੀ ਰੱਖਿਆ ਹੋਵੇਗੀ ਵਿਕਾਰਾਂ ਵੱਲੋਂ ਵੀ, ਰੋਗਾਂ ਵੱਲੋਂ ਵੀ, ਸੋਗਾਂ ਵੱਲੋਂ ਵੀ। ਜੋ ਗੁਰੂ ਕੇ ਪਾਕ ਸ਼ਬਦ ਨੇ, ਪਾਕ ਬਾਣੀ ਹੈ। ਹੁਣ ਇਹ ਜਿਹੜਾ 10ਵਾਂ ਸਵਈਆ ਹੈ ਔਰ ਅਕਾਲ ਜੀ ਕੀ ਉਸਤਤ ਵਿੱਚ 30 ਨੰਬਰ ਤੇ ਹੈ। ਇੱਥੇ ਪਾਖੰਡ ਦਾ ਖੰਡਨ ਪਾਤਸ਼ਾਹ ਨੇ ਕੀਤਾ ਹੈ। ਜਿੱਥੇ ਕੇਵਲ ਬਾਹਰੀ ਭੇਖ ਹੈ, ਅੰਦਰ ਪਰਮਾਤਮਾ ਦੀ ਪ੍ਰੀਤੀ ਨਹੀਂ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵੀ ਪਾਖੰਡ ਦਾ ਖੰਡਨ ਕਰਦੇ ਨੇ। ਬਾਹਰ ਪਾਖੰਡ ਸਭ ਕਰਮ ਕਰ ਹੈ, ਮਨ ਹਿਰਦੈ ਕਪਟ ਕਮਾਏ। ਖੇਤ ਸਰੀਰ ਜੋ ਬੀਜਿਆ, ਸੋ ਅੰਤ ਖਲੋਆ ਆਏ।
ਕਹਿੰਦੇ ਸਰੀਰ ਅੰਦਰ ਜੋ ਵੀ ਤੇਰੇ ਫੁਰਨੇ ਨੇ, ਸਰੀਰ ਧਰਤੀ ਹੈ, ਇਸ ਨੂੰ ਬੀਜ ਸਮਝ ਫੁਰਨਿਆਂ ਨੂੰ। ਅੱਛਾ, ਮਾੜਾ ਬੀਜ ਹੈ ਤੇ ਫਸਲ ਮਾੜੀ ਹੋਵੇਗੀ, ਬਹੁਤਾ ਮੁੱਲ ਨਹੀਂ ਮਿਲੇਗਾ। ਚੰਗਾ ਬੀਜ ਹੈ ਤੇ ਚੰਗੀ ਹੋਵੇਗੀ। ਸੋ ਫੁਰਨੇ ਚੰਗੇ ਨੇ, ਸਾਫ਼ ਨੇ, ਪਾਕ ਨੇ ਤੇ ਨਿਜਾਤ ਹਾਸਲ ਕਰੇਗਾ। ਫੁਰਨੇ ਮੈਲੇ ਨੇ, ਈਰਖਾ ਵਾਲੇ ਨੇ ਤੇ ਮਹਾਰਾਜ ਕਹਿੰਦੇ ਡੁੱਬੇਗਾ। ਕਈ ਵਾਰ ਬਾਹਰੋਂ ਪਹਿਰਾਵਾ ਧਰਮੀ ਹੁੰਦਾ ਹੈ, ਅੰਦਰ ਵਿਕਾਰਾਂ ਦਾ, ਵਾਸ਼ਨਾਵਾਂ ਦਾ ਮਾਹੌਲ ਗਰਮ ਹੁੰਦਾ ਹੈ। ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ ਹੋਣਾ। ਪਾਤਸ਼ਾਹ ਕਹਿੰਦੇ ਇਹ ਉਸ ਦੇ ਦਰ ਤੇ ਪ੍ਰਵਾਨ ਨਹੀਂ ਹੈ। ਹਿਰਦੇ 'ਚ ਕਪਟ ਹੋਣਾ, ਗਲੂਏ 'ਚੋਂ ਬੜੇ ਸੁੰਦਰ ਅਲਫਾਜ਼ ਕੱਢਣੇ, ਮਹਾਰਾਜ ਕਹਿੰਦੇ ਇਹ ਠੀਕ ਨਹੀਂ ਹੈ। ਅੰਦਰੋਂ ਤਾਰ ਨਹੀਂ ਜੁੜੀ ਪਰਮਾਤਮਾ ਨਾਲ, ਬਾਹਰੋਂ ਪਹਿਰਾਵਾ ਧਰਮ ਦਾ ਪਹਿਨਿਆ ਹੋਇਆ ਹੈ, ਠੱਗੀ ਠੋਰੀ ਮਾਰਨ ਨੂੰ। ਕਹਿੰਦੇ ਇਹ ਕਪਟ ਹੈ, ਇਹ ਠੀਕ ਨਹੀਂ ਹੈ। ਨਾਨਕ ਕੀ ਪ੍ਰਭ ਬੇਨਤੀ ਹਰ ਭਾਵੈ ਬਖਸ਼ ਮਿਲਾਏ। ਗੁਰੂ ਸਾਹਿਬ ਤਰਲਾ ਲੈਂਦੇ ਨੇ, ਮਹਾਰਾਜ ਐਸੇ ਭੇਖੀਆਂ ਨੂੰ ਵੀ ਚਰਨਾਂ ਵਿੱਚ ਜੋੜ ਕੇ ਨਿਜਾਤ ਬਖਸ਼ ਦਿਓ, ਤਰਸ ਖਾਓ ਇਹਨਾਂ ਤੇ। ਇਹ ਲੋਕਾਂ ਨੂੰ ਠੱਗ ਸਕਦੇ ਨੇ, ਤੁਹਾਨੂੰ ਠੱਗ ਨਹੀਂ ਸਕਦੇ, ਫਿਰ ਵੀ ਇਹਨਾਂ ਨੂੰ ਖੈਰ ਸਮਤ ਬਖਸ਼ੋ। ਸੋ ਪਖੰਡ ਦਾ ਗੁਰੂ ਕੀ ਸਿੱਖੀ ਦੇ ਵਿੱਚ ਖੰਡਨ ਹੈ। ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮ ਜਾ ਗਾਤੀ ਲੂਟੈ। ਕਹਿੰਦੇ ਜਿਹੜੇ ਪਾਖੰਡ ਕਰਦੇ ਨੇ, ਬਿਨਾਂ ਪ੍ਰੇਮ ਤੋਂ, ਪ੍ਰੀਤੀ ਤੋਂ, ਰੱਤੀ ਤੋਂ, ਜਿਹੜੇ ਕੇਵਲ ਧਰਮ ਦਾ ਭੇਖ ਧਾਰ ਕੇ ਬੈਠੇ ਨੇ ਨਾ, ਉਹ ਐਸੇ ਕਰਮ ਧਰਮ ਕਹਿੰਦੇ ਉਹ ਜਮਾਂ ਪਾਸੋਂ ਲੁੱਟੇ ਜਾਣਗੇ। ਜਮਾਂ ਤੋਂ ਬਚਣ ਦਾ ਤਰੀਕਾ, ਨਿਜਾਤ ਹਾਸਲ ਕਰਨ ਦਾ ਤਰੀਕਾ, ਮੁਕਤੀ ਦਾ ਤਰੀਕਾ ਇੱਕੋ ਹੀ ਹੈ। ਨਿਰਵਾਣ ਕੀਰਤਨ ਗਾਵਹੁ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਅਕਾਲ ਪੁਰਖ ਦੀ ਕੀਰਤੀ ਕਰੋ, ਫਿਰ ਸਾਰੇ ਕਰਮ ਧਰਮ ਸਫਲੇ ਨੇ। ਜੇ ਉਹਦਾ ਨਾਮ ਨਹੀਂ ਜਪਦੇ, ਚਾਹੇ ਤੀਰਥਾਂ ਤੇ ਤੁਰੇ ਫਿਰੋ, ਵਿਖਾਵੇ ਮਾਤਰ ਸੇਵਾ ਵੀ ਕਰ ਲਵੋ, ਵਿਖਾਵੇ ਮਾਤਰ ਰੱਬ ਦੇ ਗੀਤ ਵੀ ਗਾ ਲਵੋ, ਪ੍ਰੀਤੀ ਨਹੀਂ ਹੈ ਤੇ ਇਹ ਸਫਲਤਾ ਨਹੀਂ ਹੈ। ਕੋਈ ਵੀ ਕਰਮ ਧਰਮ ਪ੍ਰਵਾਨ ਨਹੀਂ ਹੈ। ਸੋ ਬਾਹਰੀ ਜਿਨ੍ਹਾਂ ਲੋਕਾਂ ਨੇ ਭੇਖ ਧਾਰੇ ਸਨ, ਪਾਖੰਡ ਕਰਦੇ ਸਨ, ਅੰਦਰ ਪ੍ਰੀਤੀ ਨਹੀਂ ਸੀ, ਇਹ ਉਹਨਾਂ ਲਈ ਹੁਕਮ ਹੈ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ। ਇੱਥੇ ਗੁਰੂ ਪਾਤਸ਼ਾਹ ਕਾਹੂ ਤੋਂ ਭਾਵ ਹੈ ਫੁਰਮਾਨ ਕਰਦੇ ਨੇ, ਕਿਸ ਲਈ? ਪਾਹਨ ਪੱਥਰ ਨੂੰ ਕਹਿੰਦੇ ਨੇ, ਸਿੰਧੀ ਵਿੱਚ ਨਾ ਪੱਥਰ ਨੂੰ ਪਾਹਣ ਕਹਿੰਦੇ ਨੇ। ਮਹਾਰਾਜ ਆਖਣ ਲੱਗੇ, ਇੱਕ ਪੱਥਰ ਲੈ ਕੇ ਪੂਜਦਾ ਹੈ, ਉਹਨੂੰ ਸਿਰ ਦਾ ਸਾਈਂ ਬਣਾਇਆ ਹੈ, ਤੂੰ ਸਿਰ ਤੇ ਧਾਰਦਾ ਹੈ। ਇੱਕ ਬਾਬਤ ਅੱਗੇ ਦੱਸਦੇ ਨੇ, ਕਾਹੂ ਲੈ ਲਿੰਗ ਗਰੇ ਲਟਕਾਇਓ। ਇੱਕ ਨੇ ਸ਼ਿਵਲਿੰਗ ਲੈ ਕੇ ਨਾ ਛੋਟੇ ਆਕਾਰ ਦਾ ਗਲੇ 'ਚ ਲਟਕਾਇਆ ਹੋਇਆ ਹੈ, ਉਹ ਸ਼ਿਵਲਿੰਗ ਦੀ ਪੂਜਾ ਕਰ ਰਿਹਾ ਹੈ ਸ਼ਿਵ ਜਾਣ ਕੇ। ਇਹ ਲਿੰਗ ਰੂਪ ਜੋ ਸ਼ਿਵ ਦਾ ਚਿੰਨ੍ਹ ਹੈ, ਸਨਾਤਨ ਮਤ ਵਿੱਚ, ਭਾਰਤ ਵਰਸ਼ ਵਿੱਚ, ਪੁਰਾਣਾਂ ਵਿੱਚ ਪ੍ਰਧਾਨ 12 ਸ਼ਿਵਲਿੰਗ ਗਿਣੇ ਗਏ ਨੇ, ਦੁਆਦਸ਼ ਸ਼ਿਲਾ। ਅੱਛਾ, ਇੱਕ ਹੋਰ ਜ਼ਿਕਰ ਮਿਲਦਾ ਹੈ ਸਕੰਦ ਪੁਰਾਣ ਦੇ ਵਿੱਚ ਨਾ, ਇਹਨਾਂ 12 ਜੋਤੀ ਲਿੰਗਾਂ ਤੋਂ ਲਹਿਦਾ ਵੀ 14 ਲਿੰਗਾਂ ਦਾ ਜ਼ਿਕਰ ਮਿਲਦਾ ਹੈ। ਲੋਕ ਸ਼ਿਵਲਿੰਗ ਦੀ ਪੂਜਾ ਕਰਦੇ ਨੇ। ਮਹਾਰਾਜ ਕਹਿੰਦੇ ਉਸ ਨੂੰ ਗਲੇ ਵਿੱਚ ਵੀ ਲਟਕਾ ਲੈਂਦੇ ਨੇ, ਛੋਟੀ ਕਾਇਆ ਦਾ ਕਿਧਰਿਓਂ ਖਰੀਦ ਕਰਕੇ।
ਮੰਦਰਾਂ ਦੇ ਵਿੱਚ ਸ਼ਿਵਲਿੰਗ ਦੀ ਸਥਾਪਨਾ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵੀ ਬੋਲ ਨੇ, ਦੇਵਲ ਮਧੇ ਲੀਗ ਆਸ਼ੈ ਲੀਗ ਸੀਗ ਹੀਗ ਗੋ। ਦੇਵਲ ਕੀ ਹੈ? ਦੁਆਰਾ, ਮੰਦਰ। ਕਹਿੰਦੇ ਉੱਥੇ ਵਿਹੜੇ ਵਿੱਚ ਸ਼ਿਵਲਿੰਗ ਫੱਬ ਰਿਹਾ ਹੈ। ਪਰ ਮਹਾਰਾਜ ਕਹਿੰਦੇ ਇਹ ਜਿਹੜਾ ਪੱਥਰ ਹੁੰਦਾ ਨਾ, ਇਹ ਜੜ ਹੁੰਦਾ ਹੈ। ਸਨਾਤਨ ਮਤ ਦੇ ਅਕੋਰਡਿੰਗ ਹੀ ਸਾਬਤ ਕਰਾਂਗਾ ਵੀ ਪੱਥਰ ਜੜ ਹੈ, ਪੱਥਰ ਨੇ ਕੁਝ ਨਹੀਂ ਦੇਣਾ। ਹਿੰਦੂ ਮਤ ਦੇ ਅਕੋਰਡਿੰਗ ਹੀ ਸਾਬਤ ਕਰਾਂਗੇ ਆਪਾਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਜਿਸ ਪਾਹਣ ਕੋ ਠਾਕੁਰ ਕਹਿਤਾ, ਰੱਬ ਕਰਕੇ ਮੰਨਿਆ ਹੀ ਨਾ ਮੂਰਤ ਨੂੰ, ਉਹ ਪਾਹੁਣ ਲੈ ਉਸ ਕੋ ਡੁਬਤਾ। ਕਹਿੰਦੇ ਪੱਥਰ ਆਪ ਨਹੀਂ ਤਰ ਸਕਦਾ, ਤੈਨੂੰ ਵੀ ਡੋਬ ਦਵੇਗਾ। ਕਦੇ ਪੱਥਰ ਦੇ ਬੇੜੇ ਪਾਰ ਲੰਘਦੇ ਵੇਖੇ ਨੇ? ਕਹਿੰਦੇ ਨਹੀਂ। ਘਰ ਮਹਿ ਠਾਕੁਰ ਨਦਰ ਨਾ ਆਵੈ, ਗਲ ਮੈਂ ਪਾਹਣ ਲੈ ਲਟਕਾਵੈ। ਘਰ ਦਾ ਮਤਲਬ ਆ ਜਿਹੜਾ ਅੰਦਰ ਪਰਮਾਤਮਾ ਸੀ, ਉਹ ਨਾ ਤੈਨੂੰ ਮਿਲਿਆ, ਉਹ ਨਾ ਤੈਥੋਂ ਪ੍ਰਗਟ ਹੋਇਆ, ਤੇ ਤੂੰ ਹੁਣ ਇੱਕ ਗਲੇ ਵਿੱਚ ਪੱਥਰ ਲਟਕਾ ਲਿਆ ਵੀ ਸ਼ਾਇਦ ਇਹ ਰੱਬ ਹੈ। ਪਰ ਮੈਂ ਭੂਲਾ ਸਾਕਤ ਫਿਰਤਾ, ਨੀਰ ਬਰੋਲੇ ਖਪ ਖਪ ਮਰਤਾ। ਇਹ ਏਦਾਂ ਹੈ, ਇਹ ਐਸਾ ਭਰਮ ਹੈ ਵੀ ਜਿਵੇਂ ਕੋਈ ਮਾਈ ਨਾ ਦੁੱਧ ਦੀ ਜਗ੍ਹਾ ਪਾਣੀ ਰਿੜਕਣ ਲੱਗ ਪਵੇ, ਤੇ ਪਾਣੀ ਚੋਂ ਕਦੇ ਮੱਖਣ ਨਹੀਂ ਨਿਕਲਦਾ, ਦੁੱਧ ਚੋਂ ਹੀ ਨਿਕਲਦਾ ਹੈ। ਸੋ ਇਹ ਅਜਾਈ ਕਰਮ ਹੈ। ਪਾਤਸ਼ਾਹ ਕਹਿੰਦੇ ਪਾਹਣ ਨੀਰ ਪਖਾਲੀਐ, ਭਾਈ ਜਲ ਮਹਿ ਬੁੱਢੈ। ਤੇ ਕਹਿੰਦੇ ਤੁਸੀਂ ਪੱਥਰ ਧੋਂਦੇ ਹੋ, ਉਦੋਂ ਹੀ ਐਕਸਪੈਰੀਮੈਂਟ ਕਰ ਲਿਓ, ਛੱਡ ਕੇ ਵੇਖਿਓ ਤੇ ਡੁੱਬ ਜਾਵੇਗਾ, ਤੁਹਾਨੂੰ ਕੀ ਤਾਰੇਗਾ। ਦੇਵੀ ਦੇਵਾ ਪੂਜੀਐ, ਭਾਈ ਕਿਆ ਮੰਗੋ ਕਿਆ ਦੇਹ। ਸੋ ਜਿਨ੍ਹਾਂ ਦੇਵਤਿਆਂ ਦੀਆਂ ਮੂਰਤਾਂ ਪੂਜ ਰਿਹਾ ਹੈ, ਪਾਤਸ਼ਾਹ ਕਹਿੰਦੇ ਕੁਝ ਮਿਲੇਗਾ ਨਹੀਂ। ਕਲਗੀਧਰ ਬਾਦਸ਼ਾਹ ਨੇ ਇੱਕ ਫੁਰਮਾਨ ਕੀਤਾ ਸੀ ਜ਼ਫਰਨਾਮੇ ਵਿੱਚ, ਮਨਮ ਕੁਸ਼ਤਹਮ ਕੋਹੀਆ ਬੁੱਤ ਪਰਸਤ, ਕਿ ਬੁੱਤ ਪ੍ਰਸਤੰਦੋ ਮਨ ਬੁੱਤ ਸ਼ਿਕਸਤ। ਆਏ ਔਰੰਗਜ਼ੇਬ, ਪਹਾੜੀ ਰਾਜੇ ਬੁੱਤਾਂ ਨੂੰ ਪੂਜ ਪੂਜ ਕੇ ਬੋਤੀ ਬਣ ਗਏ ਨੇ, ਇਸ ਕਰਕੇ ਤੇਰੇ ਗੁਲਾਮ ਨੇ। ਮੈਂ ਇਹਨਾਂ ਦੇ ਹਿਰਦੇ ਵਿੱਚੋਂ ਮੂਰਤਾਂ ਨੂੰ ਤੋੜਨ ਵਾਲਾ ਹਾਂ। ਮੈਂ ਇਹਨਾਂ ਨੂੰ ਕ੍ਰਿਤ ਨਾਲੋਂ ਤੋੜ ਕੇ ਰੱਬ ਨਾਲ ਜੋੜਨੇ ਵਾਲਾ ਹਾਂ। ਉਲਟਾ ਮੇਰਾ ਵਿਰੋਧ ਕਰਦੇ ਨੇ, ਮੈਂ ਇਹਨਾਂ ਦਾ ਵੀ ਖੁਰਾ ਖੋਜ ਮਿਟਾਵਾਂਗਾ। ਹੁਣ ਹੈ ਵੀ ਇਸ ਤਰ੍ਹਾਂ ਸੀ। ਮੂਰਤਾਂ ਅੱਗੇ ਬੈਠੇ ਨੇ, ਭਾਰਤ ਆਜ਼ਾਦ ਹੋ ਜਾਵੇਗਾ, 700 ਸਾਲ ਬੈਠਾ ਹੀ ਕੱਢਤੇ ਲੋਕਾਂ ਨੇ, ਨਹੀਂ ਹੋਇਆ। ਅਖੀਰ ਆਪ ਉੱਠਣਾ ਪਿਆ। ਅਖੀਰ ਕਲਗੀਧਰ ਪਾਤਸ਼ਾਹ ਨੇ ਸਮਝਾਇਆ, ਰਾਮਚੰਦਰ ਜੀ, ਕ੍ਰਿਸ਼ਨ ਜੀ, ਜਿੰਨੇ ਵੀ ਮਹਾਂਪੁਰਸ਼ ਹੋਏ ਨੇ, ਵਧੀਕੀ ਦੇ ਖਿਲਾਫ ਪਰਮਾਤਮਾ ਦੀ ਦਿੱਤੀ ਬਰਕਤ ਲੈ ਕੇ ਇਹਨਾਂ ਜੰਗ ਲੜਿਆ, ਤੇ ਫਿਰ ਆਜ਼ਾਦੀ ਹੁੰਦੀ ਹੈ। ਹੁਣ ਜੇ ਕ੍ਰਿਸ਼ਨ ਜੀ ਬੈਠੇ ਰਹਿੰਦੇ ਕਿਸੇ ਮੂਰਤ ਅੱਗੇ ਹੱਥ ਜੋੜ ਕੇ, ਤੇ ਕੰਸ ਨਹੀਂ ਸੀ ਢਹਿੰਦਾ। ਕੰਸ ਨੇ ਉਲਟਾ ਢਾ ਲੈਣਾ ਸੀ ਕ੍ਰਿਸ਼ਨ ਜੀ ਨੂੰ, ਤਲਵਾਰ ਚੁੱਕਣੀ ਪਈ ਹੈ। ਜੇ ਬੁੱਤ ਅੱਗੇ ਬਹਿ ਜਾਂਦੇ, ਪੱਥਰ ਦੇ ਅੱਗੇ, ਠਾਕਰ ਦੇ ਅੱਗੇ ਸ਼੍ਰੀ ਰਾਮਚੰਦਰ ਜੀ, ਤੇ ਰਾਵਣ ਨਹੀਂ ਸੀ ਹਰਦਾ, ਧਨੁੱਖ ਚੁੱਕਣਾ ਪਿਆ ਹੈ। ਤਾਂ ਹੀ ਕਲਗੀਧਰ ਨੇ ਕਿਹਾ, ਤੈਤੋਂ ਹੀ ਬਲਰਾਮ ਲੈ, ਨਾਲ ਬਾਣਾ ਦੇ ਸਿਰ ਘਾਇਆ ਹੈ ਅਕਾਲ ਪੁਰਖ, ਤੇਤੋਂ ਬਰਕਤ ਲੈ ਕੇ ਰਾਮਚੰਦਰ ਜੀ ਨੇ ਰਾਵਣ ਢਾਲਿਆ। ਸੋ ਇਸ ਗੱਲ ਦਾ ਖਿਆਲ ਰੱਖਿਓ। ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸੁਰਜੀਤ ਕੀਤਾ ਸੀ ਭਾਰਤ ਵਰਸ਼ ਦੇ ਲੋਕਾਂ ਨੂੰ ਵੀ, ਤਲਵਾਰ ਉਠਾਓ, ਪੱਥਰਾਂ ਨੇ ਨਿਸਾਤ ਨਹੀਂ ਦਿਵਾਉਣੀ। ਪਰ ਇੱਥੇ ਪੱਥਰ ਨੂੰ ਰੱਬ ਮੰਨ ਲਿਆ ਗਿਆ। ਸ਼੍ਰੀ ਰਾਮਚੰਦਰ ਜੀ ਬਾਬਤ ਨਾ ਗੁਰੂ ਗ੍ਰੰਥ ਸਾਹਿਬ ਦੇ ਪਾਕ ਬੋਲ ਨੇ, ਮਾਰੂ ਮਹੱਲਾ ਪਹਿਲਾ। ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਹੈ, ਸੱਚ ਕਹੋ ਸੱਚੈ ਘਰ ਰਹਿਣਾ, ਜੀਵਤ ਮਰਹੋ ਭਵਜਲ ਜਗ ਤਰਨਾ। ਜਦੋਂ ਇਹ ਸ਼ਬਦ ਪੜ੍ਹੋਗੇ ਨਾ ਤੁਸੀਂ, ਅੱਗੇ ਇੱਕ ਬਚਨ ਆਉਂਦਾ, ਗੁਰਮਤ ਸਾਇਰ ਪਾਹਣ ਤਾਰੇ, ਗੁਰਮਤ ਕ੍ਰਿਸ਼ਨ ਗੋਵਰਧਨ ਧਾਰੇ। ਕਹਿੰਦੇ ਰਾਮਚੰਦਰ ਜੀ ਜਿਹੜੇ ਹੋਏ ਨੇ ਨਾ, ਸੂਰਯਵੰਸ਼ੀ,
ਅਯੁੱਧਿਆ ਪਤ ਦਸ਼ਰਥ ਜੀ ਦੇ ਬੇਟੇ ਜੋ ਰਾਣੀ ਕੌਸ਼ਲਿਆ ਦੇ ਉਦਰ ਚੋਂ ਪੈਦਾ ਹੋਏ, ਮਹਾਪੁਰਸ਼ ਸਨ, ਰੱਬ ਦੇ ਗੀਤ ਗਾਉਣ ਵਾਲੇ ਅਵਤਾਰੀ ਪੁਰਸ਼ ਸਨ। ਹੁਣ ਜੇ ਉਹਨਾਂ ਦੇ ਜੀਵਨ ਨੂੰ ਪੜ੍ਹੋ, ਵਿਸ਼ਵਾਮਿੱਤਰ ਜੀ ਉਹਨਾਂ ਦੇ ਗੁਰੂ ਹੋਏ ਨੇ, ਵਸ਼ਿਸ਼ਟ ਜੀ ਉਹਨਾਂ ਦੇ ਗੁਰੂ ਹੋਏ ਨੇ, ਵਾਮਦੇਵ ਜੀ ਉਹਨਾਂ ਦੇ ਗੁਰੂ ਹੋਏ ਨੇ। ਗੁਰੂ ਤੋਂ ਗੁਰਮਤਿ ਗ੍ਰਹਿਣ ਕੀਤੀ, ਪਰਮਾਤਮਾ ਦੇ ਗੀਤ ਗਾਏ, ਇੰਨੀ ਤਾਕਤ ਆ ਗਈ ਉਹਨਾਂ ਦੇ ਵਿੱਚ। ਕਹਿੰਦੇ ਗੁਰਮਤਿ ਸਾਇਰ ਪਾਹਣ ਤਾਰੇ। ਪੱਥਰ ਕੁਝ ਨਹੀਂ ਦਿੰਦਾ, ਜੇ ਪੱਥਰ ਕੁਝ ਦਿੰਦਾ ਹੁੰਦਾ, ਮੂਰਤ ਕੁਝ ਦਿੰਦੀ ਹੁੰਦੀ, ਤੇ ਰਾਮਚੰਦਰ ਜੀ ਨੂੰ ਪੱਥਰ ਨਾ ਤਾਰਨੇ ਪੈਂਦੇ, ਪੱਥਰ ਆਪ ਹੀ ਤਰ ਪੈਂਦੇ। ਪੱਥਰ ਤੇ ਡੁੱਬੇ ਹੋਏ ਸਨ, ਤੇ ਰਾਮਚੰਦਰ ਜੀ ਨੇ ਉਠਾ ਕੇ ਜਲ ਦੇ ਵਿੱਚ ਤਾਰ ਦਿੱਤੇ ਜਦੋਂ ਲੰਕਾ ਨੂੰ ਪੁਲ ਬਣਾਇਆ ਹੈ। ਹੁਣ ਕਈ ਵੀਰ ਕੁਤਰਕ ਕਰ ਦਿੰਦੇ ਜੀ ਇਹ ਮਿਥਿਆਸ ਹੈ। ਰੱਬ ਦਾ ਵਾਸਤਾ, ਜੇ ਗੁਰੂ ਗ੍ਰੰਥ ਸਾਹਿਬ ਦੀ ਵਿਰੋਧਤਾ ਨਾ ਕਰਿਆ ਕਰੋ। ਤੁਹਾਡੇ ਜਿਹੜੇ ਨਿੱਜੀ ਵਿਚਾਰ ਹੈ ਉਹਨਾਂ ਨੂੰ ਨਿੱਜ ਤੱਕ ਸੀਮਿਤ ਰੱਖੋ। ਗੁਰੂ ਮਿੱਥ ਨਹੀਂ ਬੋਲਦਾ। ਗੁਰੂ ਦਾ ਸਾਡੇ ਲਈ ਇਹ ਹੁਕਮ ਹੈ, ਬੋਲੀਐ ਸੱਚ ਧਰਮ ਝੂਠ ਨਾ ਬੋਲੀਐ। ਤੇ ਆਪ ਉਹ ਝੂਠੀਆਂ ਸਾਖੀਆਂ ਲਿਖ ਗਿਆ, ਉਦਾਹਰਨਾਂ ਝੂਠੀਆਂ ਹੀ ਦੇ ਰਿਹਾ ਹੈ ਸਾਨੂੰ। ਤੇ ਜਿਹੜਾ ਆਪ ਸੱਚ ਨਹੀਂ ਬੋਲ ਰਿਹਾ ਉਹ ਸਾਨੂੰ ਕੀ ਸਿੱਖਿਆ ਦੇਵੇਗਾ? ਇਹ ਗੁਰੂ ਨਾਨਕ ਸਾਹਿਬ ਦੇ ਬੋਲ ਨੇ, ਜੋ ਖੁਦ ਖੁਦਾ ਹੈ, ਜਿਹਦੇ ਬਾਰੇ ਬਾਣੀ ਕਹਿੰਦੀ ਹੈ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਉਹ ਕਹਿੰਦੇ ਨੇ ਗੁਰਮਤਿ ਸਾਇਰ ਪਾਹਣ ਤਾਰੇ। ਗੁਰੂ ਦੀ ਮੱਤ ਲੈ ਕੇ ਅਕਾਲ ਪੁਰਖ ਦੇ ਗੀਤ ਗਾ ਕੇ ਭਗਵਾਨ ਸ਼੍ਰੀ ਰਾਮਚੰਦਰ ਜੀ ਨੇ ਪਾਹਣ ਤਾਰੇ, ਪੱਥਰ ਤਾਰੇ ਨੇ। ਮਤਲਬ ਪੱਥਰ ਵਿੱਚ ਕੋਈ ਤਾਕਤ ਨਹੀਂ ਹੈ, ਇਹ ਰਾਮਚੰਦਰ ਜੀ ਨੇ ਉਤਾਰ ਦਿੱਤੇ। ਤੇ ਤੁਸੀਂ ਫਿਰ ਪੱਥਰ ਅੱਗੇ ਬੈਠੇ ਕੀ ਕਰਦੇ ਹੋ? ਤੁਸੀਂ ਉਸ ਅਕਾਲ ਪੁਰਖ ਦੇ ਗੀਤ ਗਾਓ ਜਿਹਦੇ ਪਾਸੋਂ ਭਗਵਾਨ ਰਾਮਚੰਦਰ ਨੇ ਬਰਕਤ ਲਈ ਹੈ, ਤਾਕਤ ਲਈ ਹੈ। ਸਨਾਤਨ ਮਤ ਇਸ ਗੱਲ ਨੂੰ ਤੇ ਮੰਨਦਾ ਹੈ ਨਾ ਵੀ ਰਾਮਚੰਦਰ ਜੀ ਨੇ ਪੱਥਰ ਤਾਰੇ ਨੇ, ਤੇ ਮਤਲਬ ਪੱਥਰਾਂ ਵਿੱਚ ਆਪਣੀ ਕੋਈ ਸੱਤਾ ਨਹੀਂ ਸੀ, ਇਹ ਰਾਮਚੰਦਰ ਜੀ ਦੀ ਸੱਤਾ ਸੀ। ਗੁਰਮਤਿ ਕ੍ਰਿਸ਼ਨ ਗੋਵਰਧਨ ਧਾਰੇ। ਗੋਵਰਧਨ ਕ੍ਰਿਸ਼ਨ ਜੀ ਮਹਾਰਾਜ ਵਿਸ਼ਨੂੰ ਜੀ ਦੇ 8ਵੇਂ ਅਵਤਾਰ ਮੰਨੇ ਗਏ ਨੇ। 16 ਕਲਾ ਸੰਪੂਰਨ ਮਹਾਪੁਰਸ਼ ਸਨ। ਮਥੁਰਾ ਦੀ ਜੇਲ੍ਹ ਵਿੱਚ ਜਨਮ ਹੋਇਆ ਸੀ, ਮਾਮੇ ਦੀ ਕੈਦ ਵਿੱਚ ਹੀ ਜਨਮ ਹੋਇਆ ਸੀ। ਦੇਵਕ ਦੀ ਪੁੱਤਰੀ ਦੇਵਕੀ ਦੇ ਗਰਭ ਚੋਂ ਯਦੁਵੰਸ਼ੀ ਵਸੁਦੇਵ ਦੇ ਲਖਤੇ ਜਿਗਰ ਪੁੱਤਰ ਸਨ। ਭਾਈ ਬਲਰਾਮ ਨੇ ਤੇ ਮਿੱਤਰ ਕੌਣ ਸੀ? ਸੁਦਾਮਾ। ਤੇ ਤਿੰਨਾਂ ਦਾ ਗੁਰੂ ਸੰਦੀਪਨ ਰਿਸ਼ੀ। ਗੁਰੂ ਦੀ ਸਿੱਖਿਆ ਲੈ ਕੇ ਕ੍ਰਿਸ਼ਨ ਜੀ ਨੇ ਅਕਾਲ ਪੁਰਖ ਦੇ ਗੀਤ ਗਾਏ। ਤਾਕਤ ਕੀ ਮਿਲੀ? ਗੁਰਮਤਿ ਕ੍ਰਿਸ਼ਨ ਗੋਵਰਧਨ ਧਾਰੇ। ਗੁਰੂ ਨਾਨਕ ਸਾਹਿਬ ਦੇ ਬੋਲ ਕਹਿੰਦੇ ਕ੍ਰਿਸ਼ਨ ਜੀ ਨੇ ਇੰਨੀ ਮਹਾਨ ਅਵਸਥਾ ਹਾਸਲ ਕਰ ਲਈ, ਤਾਕਤ ਹਾਸਲ ਕਰ ਲਈ ਅਕਾਲ ਪੁਰਖ ਦੇ ਗੀਤ ਗਾ ਕੇ। ਗੋਵਰਧਨ ਪਹਾੜ ਨੂੰ ਚੁੱਕ ਲਿਆ, ਇਹ ਬਾਣੀ ਕਹਿ ਰਹੀ ਹੈ। ਮਤਲਬ ਪੱਥਰ 'ਚ ਕੋਈ ਸੱਤਾ ਨਹੀਂ ਹੈ। ਇਹ ਜੇ ਕੌਤਕ ਵਰਤਾਏ ਨੇ ਤੇ ਰਿਸ਼ੀਆਂ ਮੁਨੀਆਂ ਮਹਾਂਪੁਰਸ਼ਾਂ ਹੀ ਵਰਤਾਏ ਨੇ। ਪੱਥਰ ਚੁੱਕ ਲਏ ਹੋਣ ਜਾਂ ਤਾਰ ਦਿੱਤੇ ਹੋਣ, ਤੇ ਤੁਸੀਂ ਪੱਥਰ ਤੋਂ ਕੀ ਲੈ ਰਹੇ ਜੇ ਭਾਈ? ਤੁਹਾਡਾ ਤੇ ਖੁਦ ਮਤ ਕਹਿ ਰਿਹਾ ਹੈ ਵੀ ਪੱਥਰ ਨੂੰ ਤਾਰਨ ਵਾਲੇ ਰਾਮਚੰਦਰ ਜੀ ਨੇ, ਕਿਸੇ ਮੂਰਤ ਵਿੱਚ ਬਰਕਤ ਨਹੀਂ ਹੈ। ਔਰ ਤਾਕਤ ਲਈ ਅਕਾਲ ਪੁਰਖ ਤੋਂ ਬਲ ਲਿਆ, ਅਕਾਲ ਪੁਰਖ ਤੋਂ, ਤੇ ਤੁਸੀਂ ਉਸ ਅਕਾਲ ਪੁਰਖ ਦੇ ਗੀਤ ਗਾਓ। ਸੋ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਦੀਨ ਦੁਨੀਆ ਦੇ ਮਾਲਕ ਵੀ ਭਾਈ ਕਈਆਂ ਨੇ ਪੱਥਰ ਸਿਰ ਤੇ ਰੱਖ ਲਏ, ਕਈਆਂ ਨੇ ਸ਼ਿਵਲਿੰਗ ਗਲੇ ਵਿੱਚ ਲਟਕਾ ਲਏ। ਇੱਕ ਬਾਣੀ ਦਾ ਫਰਮਾਨ ਹੈ ਗੁਰੂ ਗ੍ਰੰਥ ਸਾਹਿਬ ਦਾ, ਦੇਵਾ ਪਾਹਨ ਤਾਰੀਅਲੇ। ਅਕਾਲ ਪੁਰਖ ਐਸੀ ਤਾਕਤ ਰੱਖਦਾ ਹੈ, ਪੱਥਰਾਂ ਨੂੰ ਤਾਰ ਸਕਦਾ ਹੈ। ਕਹਿੰਦੇ ਰਾਮ ਕਹਿਤ ਜਨ ਕਸ ਨਾ ਤਰੇ। ਤੇ ਤੂੰ ਉਸ ਅਕਾਲ ਪੁਰਖ ਦੇ ਗੀਤ ਗਾ, ਤੂੰ ਵੀ ਤਰ ਜਾਵੇਂਗਾ ਜਿਹੜਾ ਪੱਥਰਾਂ ਨੂੰ ਤਾਰਦਾ ਹੈ। ਪੱਥਰ ਨੇ ਤੈਨੂੰ ਕੁਝ ਨਹੀਂ ਦੇਣਾ। ਹੁਣ ਇਸ ਗੱਲ ਦਾ ਖਿਆਲ ਰੱਖਿਓ, ਜ਼ਿਹਨ ਦੇ ਵਿੱਚ ਇਸ ਗੱਲ ਨੂੰ ਟਿਕਾ ਲਿਓ।
ਰੱਬ ਦੇ ਗੀਤ ਹੀ ਪਾਰ ਲਾਉਣ ਵਾਲੇ ਨੇ। ਬੜੇ ਰਹਿਬਰ ਆਏ, ਬੜੇ ਰਹਿਬਰਾਂ ਨੇ ਆਉਣਾ ਹੈ, ਬੜੇ ਮਹਾਂਪੁਰਸ਼ ਅਵਤਾਰ ਆਏ ਆਉਣਗੇ। ਸਾਰੇ ਅਕਾਲ ਪੁਰਖ ਦੀ ਕਿਰਤ ਨੇ। ਕਿਰਤ ਸਦੀਵੀ ਨਹੀਂ ਹੁੰਦੀ, ਸਰੀਰ ਮਿਟਦੇ ਰਹਿੰਦੇ ਨੇ। ਹਾਂ, ਉਹਨਾਂ ਮਹਾਂਪੁਰਸ਼ਾਂ ਦੀ ਸਿੱਖਿਆ ਲੈ ਕੇ ਅਸੀਂ ਅਕਾਲ ਪੁਰਖ ਨਾਲ ਜੁੜਦੇ ਹਾਂ। ਤੂੰ ਆਪਣਾ ਅਕੀਦਾ ਇੱਕ ਅਕਾਲ ਪੁਰਖ ਤੇ ਰੱਖ ਜੋ ਸਦੀਵੀ ਹੈ, ਜਿਹਨੂੰ ਕਲਗੀਧਰ ਕਹਿੰਦੇ ਆਦ ਅੰਤ ਇੱਕ ਹੈ, ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ, ਜੋ ਸਦੀਵੀ ਹੈ। ਇੱਕ ਸ਼ਾਇਰ ਲਿਖਦਾ, ਕਹਿੰਦਾ ਸੁਨ ਕਰ ਜ਼ਮਾਨੇ ਕੀ ਬਾतें ਤੂੰ ਆਪਣੀ ਅਦਾ ਮਤ ਬਦਲ। ਸੁਨ ਕਰ ਜ਼ਮਾਨੇ ਕੀ ਬਾतें ਤੂੰ ਆਪਣੀ ਅਦਾ ਮਤ ਬਦਲ। ਯਕੀਨ ਰੱਖ ਆਪਣੇ ਖੁਦਾ ਪਰ ਯੂੰ ਬਾਰ ਬਾਰ ਖੁਦਾ ਮਤ ਬਦਲ। ਕਹਿੰਦੇ ਖੁਦਾ ਤੇ ਯਕੀਨ ਰੱਖੋ, ਇੱਕੋ ਹੀ ਹੈ, ਉਹਦੇ ਨਾਲ ਜੁੜਿਆ ਰਹਿ। ਇਹ ਕਿੱਦਾਂ ਦਾ ਸੁਭਾਅ ਬਣਾ ਲਿਆ ਈ ਤੂੰ? ਜੇ ਕਬਰ ਅੱਗੋਂ ਲੰਘਿਆ ਤੇ ਉੱਥੇ ਦੀਵਾ ਜਗਾ ਗਿਆ, ਜੇ ਕਿਧਰੇ ਟੱਲ ਦਿਖ ਗਿਆ ਤੇ ਉਹ ਵੀ ਖੜਕਾ ਗਿਆ, ਗੁਰਦੁਆਰੇ ਆਇਆ ਤੇ ਉੱਥੇ ਵੀ ਸਿਰ ਝੁਕਾ ਗਿਆ। ਪਤਾ ਨਹੀਂ ਕਿੰਨੇ ਰੱਬ ਤੂੰ ਧਾਰੇ ਹੋਏ ਨੇ। ਅਕਾਲ ਪੁਰਖ ਇੱਕ ਹੈ, ਉਹਦੇ ਗੀਤ ਗਾਇਆ ਕਰ। ਸਾਰੇ ਰਹਿਬਰਾਂ ਮਹਾਂਪੁਰਸ਼ਾਂ ਦਾ ਸਤਿਕਾਰ ਕਰਿਆ ਕਰ। ਤੇ ਉਹਦੇ ਗੁਣ ਗਾਉਣ ਦਾ, ਗੀਤ ਗਾਉਣ ਦਾ ਤਰੀਕਾ ਕੀ ਹੈ? ਗੁਰਬਾਣੀ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵਡੇ ਅਵਰ ਨਾ ਕੋਏ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਰੱਬ ਦੀ ਉਸਤਤੀ। ਹੁਣ ਕਲਗੀਧਰ ਪਾਤਸ਼ਾਹ ਇਹੀ ਸਮਝਾਉਂਦੇ ਨੇ, ਕਹਿੰਦੇ ਇੱਕ ਅਕਾਲ ਪੁਰਖ ਦੇ ਨਾਲ ਜੁੜੋ, ਇਹ ਪੱਥਰ ਜੜ ਨੇ। ਸੋ ਅੱਗੇ ਤੁਸੀਂ ਜੇ ਧਿਆਨ ਦਾ ਜਿਹੜਾ ਲਫ਼ਜ਼ ਹੈ, ਕਾਹੂ ਲੈ ਲਿੰਗ ਗਰੇ ਲਟਕਾਇਓ। ਗੰਡਕਾ ਨਦੀ ਤੋਂ ਜਿਹੜੇ ਸਾਲਗ੍ਰਾਮ ਨਿਕਲਦੇ ਨਾ, ਜਿਨ੍ਹਾਂ ਦੀ ਪੂਜਾ ਹੁੰਦੀ, ਉਹ ਕਈ ਗਲਾਂ 'ਚ ਲਟਕਾ ਲੈਂਦੇ ਨੇ। ਮਹਾਰਾਜ ਕਹਿੰਦੇ ਨਹੀਂ, ਪੱਥਰ ਤਾਰਨੇ ਵਾਲੀ ਤਾਕਤ ਅਕਾਲ ਪੁਰਖ ਬਖਸ਼ਦਾ ਹੈ, ਉਸਦੇ ਗੀਤ ਗਾਓ, ਤੁਹਾਨੂੰ ਵੀ ਤਾਰੇਗਾ। ਅੱਗੇ ਉਹਨਾਂ ਬਾਬਤ ਹੁਣ ਕਹਿਣਗੇ ਜਿਨ੍ਹਾਂ ਨੇ ਨਾ ਖਾਸ ਦਿਸ਼ਾ ਨਿਸ਼ਚਿਤ ਕੀਤੀਆਂ ਨੇ, ਵੀ ਰੱਬ ਐਸ ਬੰਨੇ ਹੈ, ਰੱਬ ਇੱਧਰ ਹੈ, ਤੇ ਰੱਬ ਉੱਧਰ ਹੈ, ਤੇ ਰੱਬ ਇੱਧਰ ਹੈ। ਉਹ ਆਪੋ ਆਪਣੀਆਂ ਦਿਸ਼ਾ ਨਿਸ਼ਚਿਤ ਕਰ ਲਈਆਂ। ਕੋਈ ਕਹਿੰਦਾ ਪੱਛਮ ਵਿੱਚ ਹੈ, ਕੋਈ ਕਹਿੰਦਾ ਦੱਖਣ ਵਿੱਚ ਹੈ, ਉਧਰ ਨੂੰ ਸਿਰ ਝੁਕਾਉਂਦੇ ਨੇ। ਗੁਰੂ ਸਾਹਿਬ ਸਿੱਖੀ ਦਾ ਸਿਧਾਂਤ ਦਿੰਦੇ ਨੇ, ਕਹਿੰਦੇ ਇਹ ਵੀ ਦਿਸ਼ਾ ਦੱਸ ਦਿਓ ਜਿੱਥੇ ਰੱਬ ਹੈ ਨਹੀਂ ਹੈ। ਰੱਬ ਹਰ ਦਿਸ਼ਾ ਵਿੱਚ ਹੈ। ਕਹਿੰਦੇ ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮਹਿ, ਕਾਹੂ ਪਿਸ਼ਾਹ ਕੋ ਸੀਸ ਨਿਵਾਇਓ। ਕਿਸੇ ਨੇ ਪਰਮਾਤਮਾ ਨੂੰ ਅਵਾਚੀ ਦਿਸ਼ਾ ਦੇ ਵਿੱਚ ਮੰਨ ਲਿਆ। ਵੇਖੋ 4 ਦਿਸ਼ਾਵਾਂ ਨੇ, ਅੱਡੋ ਅੱਡ ਨਾਮ ਨੇ, ਹਿੰਦੀ, ਪੰਜਾਬੀ, ਇੰਗਲਿਸ਼, ਸੰਸਕ੍ਰਿਤ ਵਿੱਚ। ਉੱਤਰ, ਦੱਖਣ, ਪੂਰਬ, ਪੱਛਮ। ਹੁਣ ਜਿਹੜਾ ਉੱਤਰ ਹੈ ਨਾ, ਇਹਨੂੰ ਇੰਗਲਿਸ਼ 'ਚ ਆਪਾਂ ਨਾਰਥ ਕਹਿ ਦਿੰਦੇ ਹਾਂ, ਦੱਖਣ ਨੂੰ ਸਾਊਥ ਕਹਿ ਦਿੰਦੇ ਆ, ਪੂਰਬ ਨੂੰ ਈਸਟ ਤੇ ਪੱਛਮ ਨੂੰ ਵੈਸਟ ਕਹਿ ਦਿੰਦੇ ਆ। ਇੱਦਾਂ ਹੀ ਇਹ ਸੰਸਕ੍ਰਿਤ ਵਰਤੀ ਹੈ ਕਲਗੀਧਰ ਪਾਤਸ਼ਾਹ ਨੇ ਇਹਨਾਂ ਸ਼ਬਦਾਂ ਵਿੱਚ। ਉੱਤਰ ਨੂੰ ਉਦੀਚੀ ਕਹਿੰਦੇ ਨੇ, ਦੱਖਣ ਨੂੰ ਆਵਾਚੀ ਕਹਿੰਦੇ ਨੇ, ਪੂਰਬ ਨੂੰ ਈਸਟ ਨੂੰ ਪ੍ਰਾਚੀ ਕਹਿੰਦੇ ਨੇ, ਤੇ ਜਿਹੜਾ ਵੈਸਟ ਹੈ, ਜਿਹੜਾ ਪੱਛਮ ਹੈ, ਉਹਨੂੰ ਪ੍ਰਾਤੀਚੀ ਕਹਿੰਦੇ ਨੇ। ਇੱਥੇ ਹੈ ਅਵਾਚੀ, ਭਾਵ ਦੱਖਣ। ਹੁਣ ਸਨਾਤਨ ਮਤ ਦੇ ਕੁਝ ਵੀਰ ਜਿਹੜੇ ਨੇ ਨਾ, ਉਹਨਾਂ ਨੇ ਮੰਨ ਲਿਆ ਜੀ ਰੱਬ ਦੱਖਣ ਵਿੱਚ ਹੈ, ਉਧਰ ਨੂੰ ਸਿਰ ਨਿਵਾ ਦਿੱਤਾ। ਤੇ ਕਿਸੇ ਨੇ ਸੂਰਜ ਚੜ੍ਹਦਾ ਵੇਖਿਆ ਤੇ ਉਧਰ ਨੂੰ ਜਲ ਦੇ ਦਿੱਤਾ। ਪੱਛਮ 'ਚ ਡੁੱਬਦਾ ਹੈ, ਵੈਸਟ 'ਚ ਡੁੱਬ ਜਾਂਦਾ ਹੈ, ਪੂਰਬ 'ਚ ਚੜ੍ਹ ਜਾਂਦਾ ਹੈ। ਕਿਸੇ ਨੇ ਪੂਰਬ ਵੱਲ ਰੱਬ ਮੰਨ ਲਿਆ, ਕਿਸੇ ਨੇ ਅਵਾਚੀ ਦਿਸ਼ਾ ਵੱਲ ਰੱਬ ਮੰਨ ਲਿਆ, ਦੱਖਣ ਵਿੱਚ ਮੰਨ ਲਿਆ, ਸਾਊਥ ਵੱਲ ਮੰਨ ਲਿਆ। ਤੇ ਪਾਤਸ਼ਾਹ ਕਹਿੰਦੇ ਕਿਸੇ ਨੇ ਇਹ ਜਿਹੜਾ ਰੱਬ ਸੀ, ਪਿਸ਼ਾਹ ਕੋ ਸੀਸ ਨਿਵਾਇਓ, ਪੱਛਮ 'ਚ ਸਮਝ ਲਿਆ। ਪੱਛਮ 'ਚ ਕੌਣ ਮੰਨਦੇ ਨੇ? ਇਸਲਾਮ ਵਾਲੇ। ਉਹ ਕਾਬਾ ਜੋ ਪੱਛਮ ਵਿੱਚ ਹੈ, ਖੁਦਾ ਦਾ ਘਰ ਜਿਸ ਨੂੰ ਕਹਿੰਦੇ ਨੇ। ਕਿਸੇ ਨੇ ਉਧਰ ਨੂੰ ਸਿਰ ਨਿਵਾ ਦਿੱਤਾ। ਹੁਣ ਜਿਹੜੀ ਸਿੱਖੀ ਹੈ ਨਾ, ਮਹਾਰਾਜ ਕਹਿੰਦੇ ਨੇ ਪੂਰਬ, ਪੱਛਮ, ਉੱਤਰ, ਦੱਖਣ, ਹਰ ਦਿਸ਼ਾ ਵਿੱਚ ਪਰਮਾਤਮਾ ਵਸਦਾ ਹੈ। ਕੋਈ ਐਸੀ ਦਿਸ਼ਾ ਨਹੀਂ ਹੈ ਜਿੱਥੇ ਰੱਬ ਨਹੀਂ ਹੈ।
ਦਸੈ ਦਿਸ਼ਾ ਰਵਿਆ ਪ੍ਰਭ ਏਕ ਬਾਣੀ। ਗੁਰੂ ਗ੍ਰੰਥ ਸਾਹਿਬ ਦੀ ਇਹ ਕਹਿੰਦੀ ਹੈ, ਦਸਾਂ ਦਿਸ਼ਾਵਾਂ 'ਚ ਹੀ ਰੱਬ ਹੈ। ਚਾਰ ਤੇ ਮੁੱਖ ਦਿਸ਼ਾਵਾਂ ਨੇ, ਵੈਸਟ, ਈਸਟ, ਨਾਰਥ, ਸਾਊਥ। ਚਾਰ ਹੀ ਇਹਨਾਂ ਦੇ ਕੋਨੇ ਹੋ ਗਏ, ਤੇ ਇੱਕ ਆਸਮਾਨ ਤੇ ਇੱਕ ਥੱਲੇ ਪਾਤਾਲ ਧਰਤੀ। 10 ਦਿਸ਼ਾਵਾਂ। ਕਹਿੰਦੇ ਦਸੋ ਦਿਸ਼ਾ ਹੀ ਇੱਕ ਪਰਮਾਤਮਾ ਵਸਦਾ ਹੈ। ਦਸੇ ਦਿਸ਼ਾ ਰਵਿਆ ਪ੍ਰਭ ਏਕ ਧਰਨ ਆਕਾਸ਼। ਸਭ ਮੈਂ ਪ੍ਰਭ ਪੇਖ ਧਰਨ ਆਕਾਸ਼। ਹਰ ਜ਼ਰੇ ਵਿੱਚ ਪਰਮਾਤਮਾ ਮੌਜੂਦ ਹੈ। ਬਿਹੋਲਡ ਗੋਲਡ। ਕਹਿੰਦੇ ਉਸ ਨੂੰ ਹਰ ਜਗ੍ਹਾ ਵੱਲ ਵੇਖ ਤੂੰ। ਉਹ ਜਿਹੜਾ ਪਰਮਾਤਮਾ ਹੈ, ਬਾਣੀ ਕਹਿੰਦੀ ਹੈ ਜਹ ਭੇਖਾ ਤਹ ਸੋਈ। ਉਹ ਹਰ ਜਗ੍ਹਾ ਹੈ। ਹਰ ਪ੍ਰਭ ਬਿਨ ਅਵਰ ਨਾ ਕੋਈ। ਠੀਕ ਹੈ ਭਾਈ, ਜੇ ਉਹ ਮਸਜਿਦ ਵਿੱਚ ਰਹਿੰਦਾ ਹੈ, ਪੱਛਮ ਵੱਲ ਰਹਿੰਦਾ ਹੈ, ਤੇ ਦੱਖਣ ਵਿੱਚ ਕੋਈ ਮੰਦਿਰ ਹੈ ਤੇ ਉੱਥੇ ਵੀ ਰਹਿੰਦਾ ਹੈ। ਹਰ ਜ਼ਰੇ ਵਿੱਚ ਪਰਮਾਤਮਾ ਹੈ। ਕੋਈ ਐਸੀ ਜਗ੍ਹਾ ਨਹੀਂ ਹੈ ਜਿੱਥੇ ਉਹ ਹੈ ਨਹੀਂ। ਜਿੱਥੇ ਜਿੱਥੇ ਕੁਦਰਤ ਹੈ ਉੱਥੇ ਉੱਥੇ ਪਰਮਾਤਮਾ ਹੈ। ਕ੍ਰੀਏਟਰ ਐਂਡ ਕ੍ਰੀਏਸ਼ਨ ਨੈਵਰ ਬੀ ਸੈਪਰੇਟਡ। ਉਹਦੀ ਪ੍ਰਾਕਿਰਤੀ, ਉਸ ਖੁਦਾ ਦੀ ਕੁਦਰਤ ਤੇ ਖੁਦਾ ਵੱਖ ਨਹੀਂ ਹੋ ਸਕਦੇ। ਜਿੱਥੇ ਵੀ ਕੁਦਰਤ ਹੈ ਉੱਥੇ ਹੀ ਕਰਤਾ ਮੌਜੂਦ ਹੈ। ਜਿੱਥੇ ਕੋਈ ਮੂਰਤੀ ਟੰਗੀ ਹੋਵੇਗੀ, ਚਿੱਤਰਕਾਰ ਪਿੱਛੇ ਮੌਜੂਦ ਹੋਵੇਗਾ। ਜਿਹੜੇ ਕਹਿ ਦਿੰਦੇ ਨਾ ਕੁਦਰਤੀ ਕੁਦਰਤ ਹੈ, ਰੱਬ ਹੈ ਨਹੀਂ ਹੈ। ਇੱਕ ਸ਼ਾਇਰ ਕਹਿੰਦਾ ਹਰ ਜ਼ਰਾ ਚਮਕਤਾ ਹੈ ਅਨਵਰੇ ਇਲਾਹੀ ਸੇ। ਹਰ ਜ਼ਰਾ चमकता है अनवर इलाही से। हर सांस ये कहती है हम हैं तो खुदा है। ये दुनिया दे उत्ते जिन्नी भी कुदरत है, अंडज जेर सेतज उदपुज तो पैदा, इन्हां खाणियां तो हर जरा जिਉਂਦਾ जागदा है। परमात्मा दी बरकत दे सिर ते। अनवर की कहंदे ने जिहदा नूर बड़ा है। सूरज नूं रोशनी देण वाला, चंद नूं रोशनी देण वाला। जरा अणु नूं कहंदे ने, किणके नूं। हर किणका उहदी बदौलत है। आ जिहड़ा परमाणु है, एटम्स, ये सब बरकतां परमात्मा दियां ही ने जो ये प्रफुल्लत ने। इलाही लफ्ज़ आया ईश्वरिया लई। इलाही शक्ति, दरगाही शक्ति, रब्बी शक्ति, गैबी शक्ति। कहंदे रब्बी शक्ति दे नाल हर जरा चमकदा है। जे तू है ना, ऐ मूरत जे तू है ते तेरे पिछे चित्रकार है। जे कोई बच्चा है तो उहदे पिछे माई बाप खलोते ही हुंदे ने। माता पिता तो बिना बच्चे दी रचना की, चित्रकार तो बिना मूर्ति की, ते यह ब्रह्मंड अकाल पुरख तो बिना नहीं हो सकता। कुदरत विच वसिया है। कहंदे सब मह जोत जोत है सोए, तिसदा चानण सब मैं चानण होए। हर जरे विच वो परमात्मा मौजूद है। हर किणके विच वो परमात्मा मौजूद है। सो गुरु नानक साहब ने ते ये बचन बड़े साफ कह दिते, कुदरत करके वसिया सोए। बना के कुदरत नूं आप विच ही वस रहा है। सो ये नहीं कहना भी कली कुदरत है, रब है नहीं है। कुदरत है इहदा मतलब उहदे पिछे कारीगर खलोता है। जे कोई महल है इहदा मतलब उहदे पिछे कोई कारीगर खलोता है। और सब तो वड्डी गल, तू बोल रहा है ना, इहदा मतलब खुदा मौजूद है, तेरे विच ही है। वो जोत स्वरूप है। वो शायर कहता ना, खुदा का मतलब है खुद में आ तू। खुद आगाही है खुदा शनासी। खुद आगाही है खुदा शनासी। खुदा को खुद से जुदा समझ कर भटक रहा है इधर उधर क्यों। कहते किधर भज्या फिरदा, इधर उधर क्यों लभदा फिरदा है। मूरतां विच, जंगलां विच, मंगलां विच। कहते तेरे विच वो मौजूद है, अंदर ही लभ। खुदा दे अर्थ पता की हुंदे ने, जिहड़ा खुद तो प्रगट होवे। जिन्हों जपजी साहिब विच लिखिया है सैभंग सुते सिद्ध प्रकाशवान। तुसी कोई भी दीवा वेखोगे तुसी जगाउंदे हो।
ਸੂਰਜ ਚੰਦਰਮਾ ਰੂਪੀ ਦੀਵੇ ਅਕਾਲ ਪੁਰਖ ਜਗਾਉਂਦਾ ਹੈ, ਪਰ ਅਕਾਲ ਪੁਰਖ ਐਸਾ ਦੀਵਾ ਹੈ ਜਿਸ ਨੂੰ ਕਿਸੇ ਨੇ ਨਹੀਂ ਜਗਾਇਆ, ਖੁਦ ਖੁਦਾ ਪ੍ਰਗਟ ਹੈ। ਅਕਾਲ ਮੂਰਤ ਆਜੂਨੀ ਸੈ ਭੰਗ ਸੁਤੇ ਸਿੱਧ ਆਪ ਹੀ ਪ੍ਰਗਟ ਹੈ, ਉਹ ਪ੍ਰਕਾਸ਼ ਸਰੂਪ ਹੈ। ਉਹ ਬਸ ਪਹਿਚਾਨਣ ਦੀ ਲੋੜ ਹੈ। ਸ਼ਨਾਸੀ ਪਹਿਚਾਨ ਨੂੰ ਕਹਿੰਦੇ ਨੇ। ਪਹਿਚਾਨ ਉਹ ਤੇਰੇ ਅੰਦਰ ਮੌਜੂਦ ਹੈ। ਇਉਂ ਸਾਰੀ ਕੁਦਰਤ ਵਿੱਚ ਉਹ ਪ੍ਰਮਾਤਮਾ ਆਪ ਵਸਿਆ ਹੈ। ਸੋ ਐਵੇਂ ਡਾਂਗ ਨਹੀਂ ਅਸੀਂ ਚੁੱਕੀ ਫਿਰਨੀ ਵੀ ਉਹ ਮੰਦਿਰ ਵਿੱਚ ਹੀ ਕੈਦ ਕੀਤਾ ਹੈ, ਅਸੀਂ ਗੁਰਦੁਆਰੇ ਹੀ ਕੈਦ ਕੀਤਾ ਹੈ, ਮਸਜਿਦ ਵਿੱਚ ਹੀ ਕੈਦ ਕੀਤਾ ਹੈ, ਈਸਾਈਆਂ ਨੇ ਉਹਨੂੰ ਚਰਚ ਵਿੱਚ ਹੀ ਕੈਦ ਕੀਤਾ ਹੈ। ਉਹ ਤੇ ਹਰ ਜ਼ਰੇ ਦੇ ਵਿੱਚ ਹੈ, ਹਰ ਜਗ੍ਹਾ ਉਹ ਪ੍ਰਮਾਤਮਾ ਮੌਜੂਦ ਹੈ। ਭਗਤਾਂ ਦੇ ਇੱਥੋਂ ਤੱਕ ਕਹਿ ਦਿੱਤਾ, ਕਹਿੰਦੇ ਹੁਣ ਤੁਹਾਨੂੰ ਨਹੀਂ ਦਿਖਦਾ ਤੇ ਕੀ ਕਰੀਏ। ਸਾਡੀ ਹਾਲਤ ਤੇ ਇਹ ਹੈ, ਕਹਿੰਦੇ ਦੋਏ ਦੋਏ ਲੋਚਨ ਪੇਖਾ, ਦੋਏ ਦੋਏ ਲੋਚਨ ਪੇਖਾ ਹਉ ਹਰ ਬਿਨ ਔਰ ਨਾ ਦੇਖਾ। ਕਹਿੰਦੇ ਸਾਨੂੰ ਹਰ ਜਗ੍ਹਾ ਦਿਖਦਾ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਹਰ ਜ਼ਰੇ ਵਿੱਚ ਮੌਜੂਦ ਹੈ। ਸੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਕਿਸੇ ਨੇ ਦੱਖਣ ਅਵਾਚੀ ਦਿਸ਼ਾ 'ਚ ਮੰਨ ਲਿਆ, ਕਿਸੇ ਨੇ ਪਿਸ਼ਾਬ ਪੱਛਮ ਵੱਲ ਮੰਨ ਲਿਆ। ਠੀਕ ਹੈ, ਉੱਥੇ ਵੀ ਰੱਬ ਹੈ, ਪਰ ਦੂਸਰੀਆਂ ਦਿਸ਼ਾਵਾਂ ਵਿੱਚ ਵੀ ਪਰਮਾਤਮਾ ਵਸਦਾ ਹੈ। ਅੱਗੇ ਕਹਿੰਦੇ ਕਉ ਬਤਾਨ ਕੋ ਪੂਜਤ ਹੈ ਪਸ, ਕਉ ਮਿਰਤਾਨ ਕੋ ਪੂਜਨ ਧਾਇਓ। ਬੁੱਤ ਲਫ਼ਜ਼ ਹੈ, ਉਹਦੇ ਤੋਂ ਬੁਤਾਨ ਲਫ਼ਜ਼ ਬਣਦਾ ਹੈ। ਬੁੱਤ ਦਾ ਮਤਲਬ ਮੂਰਤੀ, ਚਾਹੇ ਉਹ ਲੱਕੜ ਦੀ ਹੈ ਤੇ ਚਾਹੇ ਉਹ ਪੱਥਰ ਦੀ ਹੈ। ਹੁਣ ਮਹਾਰਾਜ ਕਹਿੰਦੇ ਪਸ ਲਫ਼ਜ਼ ਹੈ, ਪਸ਼ੂ ਬਿਰਤੀ, ਇਹਦਾ ਮਤਲਬ ਹੁੰਦਾ ਅਚੇਤ ਬੁੱਧੀ, ਜਿਹਨੂੰ ਸਮਝ ਨਹੀਂ ਹੈ। ਕਹਿੰਦੇ ਪੱਥਰ ਨੂੰ ਭਗਵਾਨ ਸਮਝ ਲਿਆ, ਪਰਮਾਤਮਾ ਸਮਝ ਲਿਆ। ਅੱਗੇ ਕਹਿੰਦੇ ਉਹਦੀ ਪੂਜਾ ਕੀਤੀ। ਕਉ ਮਿਰਤਾਨ ਕੋ ਪੂਜਨ ਧਾਇਓ। ਮਿਰਤਾਨ ਲਫ਼ਜ਼ ਆਇਆ ਹੈ ਮੁਰਦਿਆਂ ਲਈ, ਤੇ ਮੁਰਦੇ ਕਿੱਥੇ ਹੁੰਦੇ ਨੇ ਜੀ? ਕਬਰ ਦੇ ਵਿੱਚ। ਕਈਆਂ ਨੇ ਕਹਿੰਦੇ ਕਬਰਾਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ, ਬਥੇਰੇ ਨੇ ਨਾ ਅੱਜ ਕੱਲ। ਉਹ ਕਹਿੰਦੇ ਕਬਰਾਂ ਨੂੰ ਹੀ ਰੱਬ ਮੰਨ ਲਿਆ। ਕਦੇ ਤੁਸੀਂ ਕਬੀਰ ਜੀ ਨੂੰ ਧਿਆਨ ਦੇ ਨਾਲ ਪੜ੍ਹਿਓ, ਉਹਨਾਂ ਇੱਕ ਬਚਨ ਕੀਤਾ, ਕਹਿੰਦੇ ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰ ਨਾਈ। ਹੁਣ ਇਹ ਆਪਾਂ ਨੂੰ ਵੀ ਪਤਾ ਵੀ ਸਨਾਤਨ ਮਤ ਦੇ ਵਿੱਚ ਕਬੀਰ ਜੀ ਪਲੇ ਵੱਡੇ ਹੋਏ ਨੇ, ਔਰ ਸਨਾਤਨ ਮਤ ਨੂੰ ਬਿਲੋਂਗ ਕਰਨ ਵਾਲੇ ਇਹ ਬਚਨ ਕਿਉਂ ਕਹਿ ਰਹੇ ਨੇ, ਇਸ ਗੱਲ ਨੂੰ ਸਮਝਿਓ, ਕਿਉਂਕਿ ਉਹ ਨਿਰਗੁਣ ਨਾਲ, ਅਕਾਲ ਪੁਰਖ ਨਾਲ ਜੁੜੇ ਸਨ। ਹੁਣ ਲਫ਼ਜ਼ ਹੈ ਬੁੱਤ ਪੂਜ ਪੂਜ ਹਿੰਦੂ ਮੂਏ। ਇੱਥੇ ਭਾਵ ਇਹ ਹੈ ਵੀ ਜੜ ਦੀ, ਪੱਥਰ ਦੀ ਪੂਜਾ ਕਰਦਿਆਂ ਕਰਦਿਆਂ ਸਨਾਤਨ ਮਤ ਵਾਲੇ ਦੁਨੀਆ ਤੋਂ ਚਲੇ ਗਏ, ਜੀਵਨ ਅਜਾਈਂ ਚਲਿਆ ਗਿਆ। ਤੇ ਜਿਹੜੇ ਤੁਰਕ ਸਨ ਉਹ ਕੱਲਾ ਪੱਛਮ ਵੱਲ ਨੂੰ ਹੀ ਸਿਰ ਝੁਕਾਉਂਦੇ ਚਲੇ ਗਏ, ਸਿਰ ਨਾਈ, ਸਿਰ ਝੁਕਾਉਂਦੇ ਹੋਏ ਚਲੇ ਗਏ। ਉਹਨਾਂ ਦੂਸਰੀਆਂ ਦਿਸ਼ਾਵਾਂ ਵਿੱਚ ਖੁਦਾ ਨਹੀਂ ਮੰਨਿਆ, ਤੇ ਸਨਾਤਨ ਮਤ ਵਾਲੇ ਨੇ ਪੱਥਰ ਤੋਂ ਬਾਹਰ ਭਗਵਾਨ ਨਹੀਂ ਮੰਨਿਆ। ਗਲਤ ਸੀ। ਪਰਮਾਤਮਾ ਹਰ ਜ਼ਰੇ ਦੇ ਵਿੱਚ ਸੀ। ਓਏ ਲੈ ਜਾਰੇ ਓਏ ਲੈ ਗਾਡੇ, ਤੇਰੀ ਗਤ ਦੁਹੂ ਨਾ ਪਾਈ। ਕਹਿੰਦੇ ਉਹ ਸਨਾਤਨ ਮਤ ਵਾਲੇ ਕਹਿੰਦੇ ਜੀ ਮੌਤ ਤੋਂ ਬਾਅਦ ਜਿਹਦਾ ਸਰੀਰ ਸਾੜਿਆ ਜਾਵੇਗਾ ਨਾ, ਉਹੀ ਸਵਰਗ ਪਹੁੰਚੇਗਾ। ਤੇ ਤੁਰਕ ਆਖਣ ਲੱਗੇ ਜੀ ਜਿਹਦਾ ਸਰੀਰ ਕਬਰ ਵਿੱਚ ਹੋਵੇਗਾ ਨਾ, ਉਹੀ ਨਜਾਤ ਹਾਸਲ ਕਰੇਗਾ, ਨਹੀਂ ਤੇ ਦੋਜ਼ਖ ਜਾਵੇਗਾ ਜੇ ਸੜ ਗਿਆ ਤੇ। ਦੇਖੋ ਇੱਕ ਗੱਲ ਦਾ ਖਿਆਲ ਰੱਖਿਓ, ਸੜਨ ਵਾਲਾ ਨਰਕ ਜਾਵੇ, ਕਬਰ ਵਿੱਚ ਦੱਬਿਆ ਰਹਿਣ ਵਾਲਾ ਨਜਾਤ ਹਾਸਲ ਕਰੇ, ਇਦਾਂ ਤੈਅ ਨਹੀਂ ਜੇ ਹੁੰਦਾ। ਗੁਰੂ ਨਾਨਕ ਸਾਹਿਬ ਕਹਿੰਦੇ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੈ ਕਰਤਾਰ। ਇਹ ਅਕਾਲ ਪੁਰਖ ਹੀ ਜਾਣਦਾ ਹੈ, ਕਰਮਾਂ ਤੇ ਫੈਸਲਾ ਕਰੇਗਾ ਨਰਕ ਜਾਣਾ ਕਿ ਸਵਰਗ। ਮੁਰਦੇ ਨੂੰ ਸਾੜ ਦਿਓ ਜਾਂ ਦੱਬ ਦਿਓ, ਕਹਿੰਦੇ ਕੀ ਹੋ ਚੱਲਿਆ, ਹੁਣ ਉੱਠਣ ਤੇ ਲੱਗਾ ਨਹੀਂ, ਨਾ ਕਬਰ ਚੋਂ ਉੱਠਣਾ ਤੇ ਨਾ ਮੜੀਆਂ ਚੋਂ ਨਿਕਲਣਾ ਉਹਨੇ। ਸੋ ਇਹ ਫੈਸਲਾ ਇਸ ਤਰ੍ਹਾਂ ਨਹੀਂ ਹੋ ਸਕਦਾ। ਤਰਨ ਦਾ ਇੱਕੋ ਹੀ ਤਰੀਕਾ ਹੈ। ਜੇ ਕਬਰ ਵਿੱਚ ਜਾਣ ਤੋਂ ਪਹਿਲਾਂ
ਮੜੀਆਂ ਵਿੱਚ ਜਾਣ ਤੋਂ ਪਹਿਲਾਂ ਇਹ ਕਦਮ ਚੁੱਕ ਲਵੇਂ। ਉਹ ਕਦਮ ਕੀ ਹੈ? ਕਹਿੰਦੇ ਰਾਮ ਨਾਮ ਬਿਨ ਸਭੈ ਬਿਗੁਤੈ, ਦੇਖੋ ਨਿਰਖ ਸਰੀਰਾ ਹਰ ਕੇ ਨਾਮ ਬਿਨ, ਕਿਨ ਗਤ ਪਾਈ ਕਹਿ ਉਪਦੇਸ਼ ਕਬੀਰਾ। ਕਹਿੰਦੇ ਉਹ ਅੰਦਰ ਝਾਤੀ ਮਾਰੋ, ਅਕਾਲ ਪੁਰਖ ਦੇ ਨਾਮ ਤੋਂ ਬਿਨਾਂ ਮੁਕਤੀ ਨਹੀਂ। ਮੜੀਆਂ ਵਿੱਚ ਜਾਣ ਤੋਂ ਪਹਿਲਾਂ ਪਹਿਲਾਂ ਜਪ ਲਓ, ਨਿਜਾਤ ਮਿਲ ਜਾਵੇਗੀ, ਮੁਕਤੀ ਮਿਲ ਜਾਵੇਗੀ। ਇਹ ਬਹਿਸ ਵਿੱਚ ਪੈਣ ਦੀ ਲੋੜ ਹੀ ਨਹੀਂ ਰਹਿਣੀ ਵੀ ਕਬਰ 'ਚ ਦਬੀਏ ਕਿ ਸਾੜ ਦਈਏ। ਖੁਦਾ ਦੇ, ਅਕਾਲ ਪੁਰਖ ਦੇ, ਰੱਬ ਦੇ ਗੀਤ ਗਾ ਲਵੋ। ਇਹ ਸਾਡਾ ਸਿੱਖੀ ਦਾ ਸਿਧਾਂਤ ਵੀ ਹੈ। ਮਹਾਰਾਜ ਕਹਿੰਦੇ ਬੁਤਾਨ ਨੂੰ ਨਹੀਂ ਪੂਜਣਾ, ਕਬਰ ਨੂੰ ਨਹੀਂ ਪੂਜਣਾ। ਤੁਸੀਂ ਪੜ੍ਹਦੇ ਹੋ ਨਾ ਬਾਣੀ ਵਿੱਚ, ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨਾਇਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ, ਮੜੀ ਮਠ ਭੂਲ ਨਾ ਮਾਨੈ। ਮਹਾਰਾਜ ਕਹਿੰਦੇ ਐ ਮੇਰੇ ਸਿੱਖ, ਦਸਮ ਪਾਤਸ਼ਾਹ ਦੇ ਬੋਲ ਨੇ, ਜਾਗਤ ਜੋਤ ਜੋ ਸਾਰਿਆਂ 'ਚ ਰਮਿਆ ਹੈ, ਰਮਤ ਰਾਮ ਸਭ ਰਹਿਓ ਸਮਾਏ। ਜੋ ਜਾਗਦਾ ਹੈ ਸਦੀਵੀ ਹੈ, ਉਹ ਮਰਦਾ ਨਹੀਂ, ਉਹ ਕਬਰ ਵਿੱਚ ਨਹੀਂ ਪਵੇਗਾ, ਉਹ ਜਲੇਗਾ ਨਹੀਂ ਮੜੀਆਂ ਦੇ ਵਿੱਚ, ਉਹ ਸਦੀਵੀ ਹੈ। ਕਹਿੰਦੇ ਉਸ ਨੂੰ ਜਪਣਾ ਹੈ। ਉਹਦੇ ਤੋਂ ਬਿਨਾ ਏਕ ਬਿਨਾ ਮਨ ਨਾਇਕ ਨਾ ਆਨੈ। ਹੁਣ ਜਿਹੜੇ ਵੀਰ ਕਹਿ ਦਿੰਦੇ ਦਸਮ ਬਾਣੀ ਦੀ ਕਿਸੇ ਸਨਾਤਨ ਮਤ ਦੇ ਕਵੀ ਨੇ ਲਿਖੀ ਹੈ, ਹਿੰਦੂ ਮਤ ਨਾਲ ਜੋੜਦੀ ਹੈ। ਹੁਣ ਹਿੰਦੂ ਮਤ ਦਾ ਕਵੀ ਇਹ ਲਿਖੇਗਾ, ਕਉ ਬੁਤਾਨ ਕੋ ਪੂਜਤ ਹੈ ਪਸ, ਉਹ ਤੇ ਬੁੱਤਾਂ ਨੂੰ ਪੂਜਦੇ ਨੇ। ਸੋ ਇਸ ਗੱਲ ਦਾ ਧਿਆਨ ਰੱਖਿਆ ਕਰੋ, ਆਪ ਬਾਣੀ ਦੀ ਵਿਚਾਰ ਕਰਿਆ ਕਰੋ। ਕਲਗੀਧਰ ਕਹਿੰਦੇ ਏਕ ਬਿਨਾ ਮਨ ਨਾਇਕ ਨਾ ਆਨੈ, ਤੇਰੇ ਮਨ ਵਿੱਚ ਇੱਕ ਅਕਾਲ ਪੁਰਖ ਤੋਂ ਬਿਨਾ ਕਿਸੇ ਦਾ ਪ੍ਰੇਮ ਨਹੀਂ ਚਾਹੀਦਾ। ਪੂਰਨ ਪ੍ਰੇਮ ਪ੍ਰਤੀਤ ਸਜੈ, ਕਹਿੰਦੇ ਤੇਰੇ ਮਨ ਦੇ ਅੰਦਰ ਉਸ ਪਰਮਾਤਮਾ ਦੇ ਪ੍ਰਤੀ ਪੂਰਾ ਪ੍ਰੇਮ ਚਾਹੀਦਾ ਹੈ। ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੈ, ਮੜੀਆਂ ਨੂੰ ਨਹੀਂ ਮੰਨਣਾ, ਕਬਰਾਂ ਨੂੰ ਨਹੀਂ ਮੰਨਣਾ। ਇਹ ਸਿੱਖਾਂ ਨੂੰ ਹੁਕਮ ਹੈ ਪਾਤਸ਼ਾਹ ਦਾ। ਸੋ ਦੀਨ ਦੁਨੀਆ ਦੇ ਮਾਲਕ ਕਹਿੰਦੇ ਇੱਕ ਅਕਾਲ ਪੁਰਖ ਦੇ ਨਾਲ ਜੁੜਨਾ ਹੈ। ਬੜਾ ਸੁੰਦਰ ਅੱਗੇ ਕਹਿੰਦੇ ਨੇ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ। ਅਕਾਲ ਪੁਰਖ ਦੇ ਗੀਤ ਹੀ ਤੀਰਥ ਨੇ, ਅਕਾਲ ਪੁਰਖ ਦੇ ਗੀਤ ਹੀ ਦਇਆ ਕਰਨੀ ਹੈ। ਅਕਾਲ ਪੁਰਖ ਦੇ ਗੀਤਾਂ ਨਾਲ ਹੀ ਸੰਜਮ ਭਾਵ ਇੰਦਰੀਆਂ ਨੂੰ ਕਾਬੂ ਵਿੱਚ ਰੱਖਣਾ ਹੈ। ਅੱਗੇ ਕਹਿੰਦੇ ਨੇ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਾ ਖਾਲਸ ਜਾਣੈ। ਅਸਲ ਖਾਲਸਾ ਉਹ ਹੈ ਜਿਸ ਨੇ ਵਿਕਾਰਾਂ ਤੋਂ ਨਿਜਾਤ ਹਾਸਲ ਕੀਤੀ, ਇੰਦਰੀਆਂ ਦਾ ਦਮਨ ਕਰ ਲਿਆ, ਮਨ ਨੂੰ ਕਾਬੂ ਵਿੱਚ ਕਰ ਲਿਆ। ਤੇ ਕੀਤਾ ਕਾਹਦੇ ਨਾਲ? ਉਸ ਪਰਮਾਤਮਾ ਦੇ ਨਾਮ ਨਾਲ, ਜਿਹਨੂੰ ਕਹਿੰਦੇ ਨੇ ਜਾਗਤ ਜੋਤ ਜਪੈ ਨਿਸਬਾਸਰ, ਜਿਹਦੀ ਜੋਤ ਦਿਨ ਰਾਤ ਜਗ ਰਹੀ ਹੈ ਦੁਨੀਆ ਵਿੱਚ। ਕਬੀਰ ਜੀ ਨੇ ਵੀ ਬੜਾ ਸੁੰਦਰ ਕਿਹਾ ਨਾ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹੇ ਜਾਨੀ। ਇੱਥੇ ਨਾ ਕਈ ਜਗ੍ਹਾ ਖਾਲਸੇ ਦੀ ਜਗ੍ਹਾ ਖਾਲਾਸੇ ਲਫ਼ਜ਼ ਵੀ ਮਿਲਦਾ ਹੈ। ਸਿੱਖ ਜਗਤ ਖਾਲਸੇ ਲਫ਼ਜ਼ ਹੀ ਵਰਤਦਾ ਹੈ, ਪਰ ਦੋਨਾਂ ਦੇ ਅਰਥ ਇੱਕੋ ਜਿਹੇ ਨੇ। ਖਲਾਸ, ਵਿਕਾਰਾਂ ਤੋਂ ਜਿਸ ਦੀ ਨਿਜਾਤ ਹੋ ਚੁੱਕੀ ਹੈ, ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਿਆ ਹੋਇਆ ਹੈ, ਵਿਕਾਰਾਂ ਤੋਂ ਰਹਿਤ ਹੈ, ਉਹ ਖਾਲਸ ਹੈ। ਹੁਣ ਉਹ ਬਾਣੀ ਕਹਿੰਦੀ ਹੈ, ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਤੁਸੀਂ ਕਹਿੰਦੇ ਹੋ ਬੁੱਤਾਂ ਨੂੰ ਨਹੀਂ ਪੂਜਣਾ, ਕਬਰਾਂ ਨੂੰ ਨਹੀਂ ਪੂਜਣਾ। ਆਇਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਫਿਰ ਦੱਸੋ ਕਿਸ ਨੂੰ ਪੂਜੀਏ? ਕਲਗੀਧਰ ਵੀ ਤੇ ਕਹਿ ਰਹੇ ਨੇ, ਜਾਗਤ ਜੋਤ ਦੀ ਬਾਤ ਪਾ ਰਹੇ ਨੇ। ਗੁਰੂ ਗ੍ਰੰਥ ਸਾਹਿਬ ਤੁਸੀਂ ਕਿਸ ਬਾਰੇ ਕਹਿੰਦੇ ਹੋ? ਤੇ ਮਹਾਰਾਜ ਕਹਿੰਦੇ ਨੇ, ਹਰ ਕੋ ਨਾਮ ਜਪ ਨਿਰਮਲ ਕਰਮ। ਸਭ ਤੋਂ ਮਹਾਨ ਧਰਮ ਇਹੀ ਹੈ ਕਿ ਖੁਦਾ ਨਾਲ, ਇੱਕ ਅਕਾਲ ਪੁਰਖ ਨਾਲ ਜੁੜਨਾ। ਸੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ, ਕੂਰ ਕਿਰਿਆ ਉਰਜਿਓ ਸਭ ਹੀ ਜਾਗੋ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕਹਿੰਦੇ ਕੋਈ ਵਾਹਨ ਪੂਜਣ ਵਿੱਚ, ਕੋਈ ਇੱਕ ਦਿਸ਼ਾ ਵਿੱਚ ਰੱਬ ਨੂੰ ਮੰਨ ਕੇ, ਕੋਈ ਬੁੱਤਾਂ ਦੀ ਪੂਜਾ ਵਿੱਚ, ਕੋਈ ਕਬਰਾਂ ਦੀ ਪੂਜਾ ਵਿੱਚ ਖੁੱਭਿਆ ਹੋਇਆ ਹੈ। ਮਹਾਰਾਜ ਕਹਿੰਦੇ
ਇਹ ਲਾਹੇਵੰਦਾ ਨਹੀਂ ਹੈ, ਕਿਉਂਕਿ ਇਹ ਜਿਹਦੀ ਪੂਜਾ ਵਿੱਚ ਤੂੰ ਲੱਗਾ ਇਹ ਸਦੀਵੀ ਨਹੀਂ, ਇਹ ਕੂੜ ਹੈ, ਇਹ ਰਹਿਣ ਵਾਲਾ ਨਹੀਂ। ਤੇ ਕੂੜ ਨਾਲ ਜੁੜਨ ਦੀ ਕਿਰਿਆ ਵੀ ਕੂੜ ਹੋ ਜਾਂਦੀ ਹੈ। ਸੋ ਇਹ ਤੇਰੀ ਸਾਰੀ ਕਿਰਿਆ ਕਰਨੀ ਜਿਹੜੀ ਹੈ ਨਾ, ਜਿਸ ਵਿੱਚ ਤੂੰ ਉਲਝਿਆ ਹੈ, ਇਹ ਝੂਠੀ ਹੈ। ਕੂੜ ਝੂਠ ਨੂੰ ਕਹਿੰਦੇ ਨੇ। ਸਭ ਹੀ ਜੱਗ ਤਕਰੀਬਨ ਸਾਰੇ ਹੀ ਉਲਝੇ ਹੋਏ ਨੇ, ਅਕਾਲ ਪੁਰਖ ਨੂੰ ਛੱਡ ਕੇ ਇੱਧਰ ਉੱਧਰ ਤੁਰੇ ਫਿਰਦੇ ਨੇ। ਸ੍ਰੀ ਭਗਵਾਨ ਕੋ ਭੇਦ ਨਾ ਪਾਇਓ, ਕਹਿੰਦੇ ਸ੍ਰੀ ਜੋ ਸਭ ਦਾ ਸ਼ਿਰੋਮਣੀ ਹੈ, ਉਸ ਅਕਾਲ ਪੁਰਖ ਦਾ ਭੇਦ ਨਹੀਂ ਪਾਇਆ। ਕੂੜ ਨਾਲ ਅਸਤ ਨਾਲ ਜੁੜੇ ਹੋਏ ਨੇ, ਝੂਠ ਨਾਲ ਜੁੜੇ ਨੇ, ਅਸੱਤਿਆ ਨਾਲ ਜੁੜੇ ਹੋਏ ਨੇ, ਜੋ ਰਹਿਣ ਵਾਲਾ ਨਹੀਂ ਉਸ ਨਾਲ ਜੁੜੇ ਹੋਏ ਨੇ, ਉਲਝੇ ਹੋਏ ਨੇ ਉਹਨਾਂ ਦੇ ਵਿੱਚ। ਸੋ ਇਹ ਜੱਗ, ਇਹ ਸੰਸਾਰ ਨੇ ਅਕਾਲ ਪੁਰਖ ਦਾ ਭੇਦ ਨਹੀਂ ਪਾਇਆ। ਕਹਿੰਦੇ ਵੱਡੇ ਵੱਡੇ ਵੈਸੇ ਦੇਵਤੇ ਵੀ ਨਹੀਂ ਪਾ ਸਕੇ। ਬ੍ਰਹਮੇ ਨਹੀਂ ਜਾਣੈ ਭੇਦ, ਮਹਿਮਾ ਨਾ ਜਾਣੈ ਵੇਦ। ਗੁਰੂ ਗ੍ਰੰਥ ਸਾਹਿਬ ਕਹਿੰਦੇ ਵੱਡੇ ਵੱਡੇ ਦੇਵਤੇ ਵੀ ਵੈਸੇ ਭੇਦ ਨਹੀਂ ਪਾ ਸਕੇ। ਕੀ ਭੇਦ ਹੈ, ਕਿੱਦਾਂ ਪਾਇਆ ਜਾਂਦਾ ਹੈ, ਉਹ ਤੁਸੀਂ 9ਵੇਂ ਸਵਈਏ ਵਿੱਚ ਸੁਣਿਆ ਸੀ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਪ੍ਰੇਮ ਦਾ ਭੁੱਖਾ ਹੈ, ਪ੍ਰੇਮ ਦੇ ਨਾਲ ਮਿਲਦਾ ਹੈ। ਪ੍ਰੇਮ ਭਗਤ ਭਜ ਗੁਣੀ ਨਿਧਾਨ, ਨਾਨਕ ਦਰਗਹ ਪਾਈਐ ਮਾਨ। ਕੋਈ ਵੀ ਕਰਮ ਧਰਮ ਕਰੇ, ਜੇ ਅਕਾਲ ਪੁਰਖ ਦਾ ਪ੍ਰੇਮ ਹੈ ਤੇਰੇ ਅੰਦਰ ਤੇ ਸਫਲਾ ਹੈ। ਜੇ ਪ੍ਰੇਮ ਨਹੀਂ ਤੇ ਜਿੰਨੇ ਵੀ ਕਰਮ ਧਰਮ ਕਰੇਗਾ ਉਹ ਲੋਕ ਵਿਖਾਵੇ ਲਈ ਨੇ, ਵੀ ਲੋਕ ਤੇਰਾ ਸਤਿਕਾਰ ਕਰਨ। ਰੱਬ ਦੇ ਦਰ ਤੇ ਸਤਿਕਾਰ ਤੇ ਪ੍ਰੇਮ ਨਾਲ ਮਿਲਦਾ ਹੈ। ਦਰਗਾਹ ਵਿੱਚ ਮਾਣ ਤੇ ਉਸ ਨੂੰ ਹੈ ਜਿਹੜਾ ਪ੍ਰਮਾਤਮਾ ਨਾਲ ਪ੍ਰੇਮ ਪਾਉਂਦਾ ਹੈ। ਉਦਾਹਰਨਾਂ ਵੀ ਨੇ 2-3। ਕਹਿੰਦੇ ਜਿਉਂ ਚਾਤਰਕ ਜਲ ਪ੍ਰੇਮ ਪਿਆਸਾ, ਜਿੱਦਾਂ ਬਬੀਹਾ ਸਵਾਂਤੀ ਬੂੰਦ ਤੋਂ ਬਿਨਾਂ ਧਿਆਇਆ ਮਰ ਜਾਂਦਾ ਹੈ। ਜਿਉਂ ਮੀਨਾ ਜਲ ਮਾਹੇ ਉਲਾਸਾ, ਜਿਵੇਂ ਮਛਲੀ ਪਾਣੀ ਤੋਂ ਬਿਨਾਂ ਮਰਦੀ ਹੈ, ਜੇ ਪਾਣੀ ਮਿਲ ਜਾਵੇ ਤੇ ਹੁਲਾਸ, ਪ੍ਰਸੰਨਤਾ ਹਾਸਲ ਹੋ ਜਾਂਦੀ ਹੈ ਉਸ ਨੂੰ। ਇਦਾਂ ਦਾ ਪ੍ਰੇਮ ਤੇਰੇ ਅੰਦਰ ਚਾਹੀਦਾ ਹੈ। ਨਾਨਕ ਹਰ ਰਸ ਪੀ ਤ੍ਰਿਪਤਾਸਾ, ਅਕਾਲ ਪੁਰਖ ਦੇ ਗੀਤ ਗਾਇਆ ਕਰ, ਤ੍ਰਿਪਤੀ ਆ ਜਾਵੇਗੀ, ਰੱਜ ਜਾਵੇਂਗਾ। ਅਕਾਲ ਪੁਰਖ ਤੋਂ ਬਿਨਾਂ ਰਖਵਾਲਾ ਕੋਈ ਨਹੀਂ ਹੈ ਦੁਨੀਆ ਤੇ। ਸੋ ਇਹ ਪਾਕ ਬਾਣੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਵੈਰਾਗ ਪੈਦਾ ਕਰਦੀ ਹੈ। ਦ੍ਰਿਸ਼ਟਮਾਨ ਸਭ ਮਿਟੇਗਾ, ਇੱਕ ਅਕਾਲ ਪੁਰਖ ਸਦੀਵੀ ਹੈ, ਕ੍ਰਿਤ ਮਿਟਣੀ ਹੈ, ਕਰਤਾ ਰਵੇਗਾ। ਸਿੱਖੋ ਕਰਤੇ ਨਾਲ ਜੁੜੋ, ਅਕਾਲ ਪੁਰਖ ਨਾਲ ਜੁੜੋ, ਉਸੇ ਨਾਲ ਹੀ ਸਾਰੇ ਰਹਿਬਰ ਮਹਾਂਪੁਰਸ਼ ਜੁੜੇ ਰਹੇ ਨੇ। ਕੇਵਲ ਪਹਿਰਾਵਾ ਪਾ ਲੈਣਾ ਮਹਾਰਾਜ ਕਹਿੰਦੇ ਪਖੰਡ ਹੈ। ਅੰਦਰ ਪ੍ਰੀਤੀ ਪੈਦਾ ਕਰੋ, ਪਰਮਾਤਮਾ ਦੇ ਨਾਲ ਪ੍ਰੇਮ ਪੈਦਾ ਕਰੋ। ਆ ਤੁਸੀਂ ਕਈ ਵਾਰ ਚੌਂਕ ਵਿੱਚ ਵਹਿੰਦੇ ਹੋ ਨਾ, ਨਕਲੀ ਰੁੱਖ ਲੱਗੇ ਹੁੰਦੇ ਨੇ, ਉਹ ਲਾਈਟਾਂ ਦੀਆਂ ਬੰਨੀਆਂ ਹੁੰਦੀਆਂ, ਉਹਨਾਂ ਨੂੰ ਫਲ ਫੁੱਲ ਨਹੀਂ ਲੱਗਦੇ, ਕਿਉਂ? ਜੜ ਹੈ ਨਹੀਂ ਹੈ ਵਿੱਚ। ਜਿੱਥੇ ਜੜ ਨਾ ਹੋਵੇ ਉੱਥੇ ਫਲ ਨਹੀਂ ਲੱਗਦਾ। ਜੇ ਅੰਦਰ ਪ੍ਰੇਮ ਨਹੀਂ ਹੈ ਤੇ ਕਰਮ ਧਰਮ ਤੁਹਾਡੇ ਅਜਾਈ ਨੇ ਉਹਨਾਂ ਰੁੱਖਾਂ ਵਾਂਗੂ, ਜਿਨ੍ਹਾਂ ਨੂੰ ਫਲ ਫੁੱਲ ਨਹੀਂ ਲੱਗਦੇ। ਜੜ ਪੈਦਾ ਕਰੋ, ਅੰਦਰ ਪ੍ਰਮਾਤਮਾ ਲਈ ਪ੍ਰੇਮ ਪੈਦਾ ਕਰੋ, ਫਿਰ ਫੁੱਲ ਖਿੜਨਗੇ। ਜਿਸ ਰੁੱਖ ਦੀ ਜੜ ਹੈ ਉਹਦੇ ਨਾਲ ਹੀ ਫਲ ਲੱਗਦੇ ਨੇ। ਫਿਰ ਸਤ ਸੰਤੋਖ ਦਇਆ ਧਰਮ ਫਲ ਲੱਗਣਗੇ ਤੁਹਾਨੂੰ, ਫਿਰ ਤੁਹਾਨੂੰ ਨਜ਼ਾਤ ਮਿਲੇਗੀ। ਯੂ ਸ਼ੁਡ ਬੀ ਐਮੈਂਸੀਪੇਟਡ, ਫਿਰ ਤੁਸੀਂ ਮੁਕਤ ਹੋਵੋਗੇ। ਹੁਣ ਇਹ ਬਾਣੀ ਜਿਹੜੀ ਹੈ ਨਾ, 5 ਬਾਣੀਆਂ ਨੇ ਖੰਡੇ ਦੀ ਪੌਲ ਪਾਤਸ਼ਾਹ ਨੇ ਬਖਸ਼ੀ ਸਿੱਖ ਜਗਤ ਨੂੰ। ਭਾਈ ਨੰਦ ਲਾਲ ਜੀ ਨੂੰ ਪੁੱਛੋ ਜੀ ਅੰਮ੍ਰਿਤ ਛਕਾਇਆ ਹੈ? ਕਹਿੰਦੇ ਬਿਲਕੁਲ। ਕਿਹੇ ਜੇ ਇਨਸਾਨ ਮਲਕ ਨਮੂਦਸਤ ਓ, ਇਜ਼ਤੇ ਖਾਕੀਆਂ ਫਜ਼ੂਦਸਤ ਓ। ਕਿਹੇ ਦਾ ਮਤਲਬ ਹੈ ਕਿਉਂ? ਅੱਗੇ ਇੱਕ ਲਫ਼ਜ਼ ਹੈ ਇਨਸਾਨ, ਇਨਸਾਨ ਨੂੰ ਕਹਿੰਦੇ ਨੇ, ਮਲਕ ਦੇਵਤੇ ਨੂੰ ਕਹਿੰਦੇ ਨੇ। ਕਹਿੰਦੇ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਛਕਾ ਕੇ ਮਨੁੱਖ ਦੀ ਜਾਤ ਨੂੰ ਦੇਵਤਾ ਬਣਾ ਦਿੱਤਾ। ਬਾਣੀ ਕੀ ਕਹਿੰਦੀ ਹੈ? ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦ ਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਕਈ ਕਹਿੰਦੇ ਅੰਮ੍ਰਿਤ ਛਕਾਇਆ ਹੀ ਨਹੀਂ। ਭਾਈ ਨੰਦ ਲਾਲ ਕਹਿੰਦੇ ਮੈਂ ਖੁਦ ਵੇਖਿਆ ਹੈ, ਮਨੁੱਖਾਂ ਨੂੰ ਦੇਵਤਿਆਂ ਵਰਗੀਆਂ ਤਾਕਤਾਂ ਬਖਸ਼ ਦਿੱਤੀਆਂ ਅੰਮ੍ਰਿਤ ਛਕਾ ਕੇ। ਅੱਗੇ ਲਫ਼ਜ਼ ਵਰਤਿਆ ਹੈ ਇਜ਼ਤੇ ਖਾਕੀਆ ਫਜ਼ੂਦਸਤ ਓ। ਮਿੱਟੀ 'ਚ ਰੁਲਦੇ ਸੀ ਭਾਰਤ ਵਰਸ਼ ਦੇ ਲੋਕ, ਅੰਮ੍ਰਿਤ ਛਕਾਤਾ, ਦੇਵਤਿਆਂ ਵਾਲੀ ਬਰਕਤ ਬਖਸ਼ ਦਿੱਤੀ ਤੇ ਭਾਰਤ ਦੇ ਲੋਕ ਤਖਤ ਮੱਲ ਕੇ ਬਹਿ ਗਏ। ਖਾਲਸੇ ਨੇ ਤਖਤ ਮੱਲਿਆ ਹੈ ਨਾ, 17 ਵਾਰ ਦਿੱਲੀ ਮੱਲੀ ਹੈ। ਮੁਗਲਾਂ ਦਾ ਤਖਤ ਪੁੱਟ ਦਿੱਤਾ, ਭਾਵ
ਮਿੱਟੀ ਵਿੱਚ ਰੁਲਦਿਆਂ ਨੂੰ ਗੁਰੂ ਗੋਬਿੰਦ ਸਿੰਘ ਤਖਤਾਂ ਦੇ ਮਾਲਕ ਬਣਾ ਦਿੰਦਾ ਹੈ। ਬਾਣੀ ਕਹਿੰਦੀ ਹੈ ਸਤਿਗੁਰ ਕੈ ਭਾਣੈ ਵਡਿਆਈ ਪਾਵੈ, ਜਿਹੜਾ ਗੁਰੂ ਦੇ ਹੁਕਮ ਵਿੱਚ ਆ ਕੇ ਚੱਲੇਗਾ। ਤੇ ਨਰ ਦੋਲੀਚੇ ਬਹ ਹੈ, ਤੇ ਨਰ ਉਥਪ ਬਿਥਪੈ ਹੈ, ਦੁਲੀਚਿਆਂ ਦਾ ਮਾਲਕ ਹੋ ਜਾਂਦਾ ਹੈ, ਤਖਤਾਂ ਦਾ ਮਾਲਕ ਹੋ ਜਾਂਦਾ ਹੈ। ਜਿਹੜੇ ਤਖਤਾਂ ਤੇ ਸਥਾਪਿਤ ਨੇ ਉਹਨਾਂ ਨੂੰ ਪਟਕ ਦੇਣਾ, ਤਖਤ ਮੱਲ ਲੈਣੇ, ਇਹ ਤਾਕਤ ਆ ਜਾਂਦੀ ਹੈ ਕਿਹਦੇ ਵਿੱਚ? ਕਹਿੰਦੇ ਸਕਿਆਥ ਤੇ ਨਰ ਜਾਲਪ ਭਾਣੈ, ਗੁਰ ਅਮਰਦਾਸ ਸੋ ਪ੍ਰਸੰਨ ਜੇ, ਜਿਹਦੇ ਤੇ ਗੁਰੂ ਪ੍ਰਸੰਨ ਹੋ ਗਿਆ। ਭਾਈ ਨੰਦ ਲਾਲ ਕਹਿੰਦੇ ਗੁਰੂ ਅਕਾਲ ਪੁਰਖ ਦਾ ਸਰੂਪ ਨੇ। ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਨੇ ਹਰ ਗੋਪਾਲ ਗੁਰ ਗੋਬਿੰਦ ਚਰਨ ਸਰਨ ਦਇਆਲ ਕੇਸਵ ਤਾਰ ਜਗ ਭਵ ਸਿੰਧ, ਜਗਤ ਤੋਂ ਤਾਰਨੇ ਹਾਰ ਹੈ। ਅਕਾਲ ਪੁਰਖ ਦਾ ਸਰੂਪ ਹੈ। ਮਿੱਟੀ ਵਿੱਚ ਰੁਲਦਿਆਂ ਨੂੰ ਤਖਤ ਉਸਨੇ ਬਖਸ਼ ਦਿੱਤੇ। ਤੇ ਬਾਬਾ ਜੇਠਾ, ਤੁਸੀਂ ਜੇ ਗੁਰ ਇਤਿਹਾਸ ਨੂੰ ਪੜ੍ਹਦੇ ਹੋ, ਯਤੀਮ ਹੀ ਸਨ ਤੇ ਕੀ ਬਣੇ? ਗੁਰੂ ਰਾਮਦਾਸ। ਤਖਤ ਬਖਸ਼ਣ ਵਾਲੇ ਨੇ ਗੁਰੂ ਪਾਤਸ਼ਾਹ। ਭਾਈ ਨੰਦ ਲਾਲ ਕਹਿੰਦੇ ਗੁਰੂ ਗੋਬਿੰਦ ਸਿੰਘ ਤਖਤ ਬਖਸ਼ਣ ਵਾਲੇ ਨੇ, ਗੁਰੂ ਨਾਨਕ ਤਖਤ ਬਖਸ਼ਣ ਵਾਲੇ ਨੇ, ਅਕਾਲ ਪੁਰਖ ਦਾ ਸਰੂਪ ਨੇ ਉਹ। ਤੇ ਬਾਬਾ ਜੈਤਾ ਜੀ ਕਹਿੰਦੇ 5 ਬਾਣੀਆਂ ਪੜ੍ਹੀਆਂ, ਅੰਮ੍ਰਿਤ ਤਿਆਰ ਕੀਤਾ। ਜਪ ਜਾਪ ਸਵਈਏ ਚੌਪੀ ਆਨੰਦ ਸੋ ਪਾਠ ਸੋ ਪਾਹੁਲ ਤਿਆਰ ਕਰੀਜੈ, ਇਹ ਵੀ ਇਤਿਹਾਸਿਕ ਗਵਾਹੀ ਹੈ। ਜਪ ਜਾਪ ਸਵਈਏ ਚੌਪੀ ਆਨੰਦ 5 ਬਾਣੀਆਂ ਪੜ੍ਹ ਕੇ ਅੰਮ੍ਰਿਤ ਸੰਚਾਰ ਹੋਇਆ। ਕਹਿੰਦੇ ਫਿਰ ਮੈਂ ਛਕਿਆ ਤੇ ਜੈਤੇ ਤੋਂ ਬਣ ਗਿਆ ਬਾਬਾ ਜੀਵਨ ਸਿੰਘ। ਸ਼ਹਾਦਤ ਵੀ ਮਾਣੀ, ਰੰਗਰੇਟਾ ਗੁਰੂ ਕਾ ਬੇਟਾ ਖਵਾਏ, ਉਹ ਵੀ ਗਵਾਹੀ ਦਿੰਦੇ ਨੇ। ਭਾਈ ਨੰਦ ਲਾਲ ਗਵਾਹੀ ਦਿੰਦੇ ਨੇ। ਪਰ ਇਸ ਗੱਲ ਵੱਲ ਧਿਆਨ ਦਿਓ, ਅੰਮ੍ਰਿਤ ਕੀ ਹੈ? ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ, ਗੁਰੂ ਦੇ ਹੁਕਮ ਵਿੱਚ ਅੰਮ੍ਰਿਤ ਹੈ। ਸਹਜੇ ਪਾਵੈ ਕੋਏ, ਜੇ ਗੁਰੂ ਆਖੇ ਬਾਣੀ ਰੂਪ ਅੰਮ੍ਰਿਤ ਛਕੋ, ਅਸੀਂ ਉਹ ਵੀ ਛਕਦੇ ਹਾਂ। ਜੇ ਆਖੋ ਖੰਡੇ ਦੀ ਪੌਲ ਛਕੋ, ਅਸੀਂ ਉਹ ਵੀ ਛਕਦੇ ਹਾਂ। ਇਹ ਹੈ ਗੁਰੂ ਦੇ ਹੁਕਮ ਵਿੱਚ। ਖਾਲਸਾ ਸੱਜਿਆ, ਭਾਰਤ ਵਰਸ਼ ਤੇ ਪੰਜਾਬ ਦੇਸ਼ ਤੇ ਰਾਜ ਕੀਤਾ, ਔਰ 5 ਬਾਣੀਆਂ ਚੋਂ ਇਹ ਇੱਕ ਬਾਣੀ ਜਪਜੀ ਜਾਪ ਆਨੰਦ ਚੌਪਈ ਤਵੈ ਪ੍ਰਸਾਦ ਸਵਈਆਂ ਚੋਂ ਇੱਕ ਬਾਣੀ ਤਵੈ ਪ੍ਰਸਾਦ ਸਵਈਏ ਸੀ, ਜੋ ਸਿੱਖ ਜਗਤ ਦੇ ਨਿਤਨੇਮ ਦੀ ਵੀ ਬਾਣੀ ਹੈ। ਇਹਦੀ ਆਪਾਂ ਇੱਥੇ ਵਿਆਖਿਆ ਕੀਤੀ ਹੈ। ਸੋ ਇਹ ਹੁਕਮ ਹੈ ਗੁਰੂ ਪਾਤਸ਼ਾਹ ਦਾ, 5 ਬਾਣੀਆਂ ਪੜ੍ਹ ਕੇ ਅੰਮ੍ਰਿਤ ਸੰਚਾਰ ਕਰਨਾ, ਨਿਤਨੇਮ ਕਰਨਾ। ਔਰ ਨਾਲ ਇਹ ਕਹਿ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਨੇ, ਤਰਕ ਨਾ ਚਾਹ ਭਰਮੀਆਂ ਚਾਹ, ਤਰਕ ਨਹੀਂ ਕਰਨਾ। ਇਹ ਨਹੀਂ ਕਹਿਣਾ ਅੰਮ੍ਰਿਤ ਨਹੀਂ ਛਕਾਇਆ, ਗੁਰੂ ਦੀ ਕਰਨੀ ਤੇ ਤਰਕ ਨਹੀਂ ਕਰਨਾ, ਗੁਰ ਇਤਿਹਾਸ ਤੇ ਤਰਕ ਨਹੀਂ ਕਰਨਾ। ਸੁਣ ਸਾਖੀ ਮਨ ਜਪ ਪਿਆਰ, ਸਾਖੀਆਂ ਸੁਣ ਕੇ ਪ੍ਰਮਾਤਮਾ ਪ੍ਰਤੀ ਪ੍ਰੇਮ ਪੈਦਾ ਕਰਨਾ ਹੈ। ਜਿੰਨਾ ਮਹਾਂਪੁਰਸ਼ਾਂ ਦੀਆਂ ਸਾਖੀਆਂ ਸੁਣਦੇ ਹੋ ਨਾ, ਜੈਸਾ ਪ੍ਰੇਮ ਉਹਨਾਂ ਦੇ ਜੀਵਨ ਵਿੱਚ ਹੈ, ਵੈਸਾ ਪ੍ਰੇਮ ਪ੍ਰਮਾਤਮਾ ਨਾਲ ਤੁਸੀਂ ਪਾਉਣਾ ਹੈ। ਸੋ ਇਤਿਹਾਸ ਨੂੰ, ਬਾਣੀ ਨੂੰ ਸੱਤ ਕਰਕੇ ਮੰਨਣਾ ਹੈ। ਗੁਰੂ ਸਾਹਿਬ ਦਾ ਹੁਕਮ ਹੈ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੋਹ ਕਢਾਏ। ਸਤ ਸਤ ਰਿਪੀਟ ਕੀਤਾ ਹੈ 2 ਵਾਰ। ਕਹਿੰਦੇ ਗਾਫਲ ਨਾ ਹੋ, ਸੱਚ ਕਰਕੇ ਬਾਣੀ ਨੂੰ ਮੰਨ, ਪ੍ਰੁੱਥ ਕਰਕੇ ਬਾਣੀ ਨੂੰ ਮੰਨ। ਇਹ ਪਰਮਾਤਮਾ ਤੋਂ ਬਾਣੀ ਜਿਹੜੀ ਹੈ ਪ੍ਰਗਟ ਹੋਈ ਹੈ। ਹੀ ਹਿਮਸੈਲਫ ਕਾਜ਼ਸ ਦਾ ਗੁਰੂ ਟੂ ਚੈਂਟ ਹਿਸ ਬਾਣੀ, ਖੁਦਾ ਨੇ ਆਪ ਗੁਰੂ ਰਾਹੀਂ ਪ੍ਰਗਟ ਕੀਤੀ ਹੈ। ਜਿਹੜਾ ਬਾਣੀ ਨੂੰ ਸਤ ਕਰਕੇ ਮੰਨੇਗਾ, ਗੁਰਸਿੱਖਾਂ ਕੇ ਮੋਹ ਉਜਲੇ ਕਰੇ ਹਰ ਪਿਆਰਾ, ਗੁਰ ਕਾ ਜੈਕਾਰ ਸੰਸਾਰ ਸ਼ਬਦ ਕਰਾਏ। ਜਿਹੜਾ ਸਤ ਕਰਕੇ ਮੰਨੇਗਾ ਇਤਿਹਾਸ ਨੂੰ, ਬਾਣੀ ਨੂੰ, ਉਹਦੀ ਵੀ ਜੈ ਜੈਕਾਰ ਗੁਰੂ ਆਪਣੀ ਨਿਆਈ ਕਰਵਾ ਦੇਵੇਗਾ। ਸੋ ਐਸੀ ਇਹ ਅਗੰਮੀ ਬਾਣੀ ਹੈ। ਦਾਸ ਇੱਕ ਨਾਲ ਬੇਨਤੀ ਕਰ ਦਵੇ, ਦੇਖੋ ਅਜੋਕੇ ਸਮੇਂ ਦੇ ਵਿੱਚ ਭਾਰਤ ਵਰਸ਼ ਦੇ ਹੁਕਮਰਾਨਾਂ ਦੇ ਨਾਲ, ਭਾਰਤ ਵਰਸ਼ ਦੇ ਜਿਹੜੇ ਬਸ਼ਿੰਦੇ ਨੇ ਨਾ, ਲੋਕ ਨੇ, ਕਿਸਾਨ ਨੇ, ਉਹਨਾਂ ਦਾ ਘੋਲ ਚੱਲ ਰਿਹਾ ਹੈ। ਹੁਣ ਇਸ ਘੋਲ ਦੇ ਦਰਮਿਆਨ ਆਪਾਂ ਦੇਖ ਰਹੇ ਹਾਂ ਸਿੱਖ, ਹਿੰਦੂ, ਈਸਾਈ, ਮੁਸਲਮਾਨ ਸਾਰੇ ਹੀ ਦਿੱਲੀ ਦੇ ਵਿੱਚ ਮੋਰਚੇ ਤੇ ਬੈਠੇ ਨੇ, ਜੋ ਗਲਤ ਕਾਨੂੰਨ ਭਾਰਤ ਵਰਸ਼ ਦੀ ਹਕੂਮਤ ਨੇ ਪਾਸ ਕੀਤੇ ਨੇ। ਹੁਣ ਤੁਸੀਂ ਇਹਨਾਂ ਕਾਨੂੰਨਾਂ ਬਾਬਤ ਚੰਗੀ ਤਰ੍ਹਾਂ ਜਾਣਦੇ ਹੀ ਹੋ। ਵੇਖੋ 3 ਕਾਨੂੰਨ ਨੇ, ਦਾ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਆਰਡੀਨੈਂਸ, ਜਿਹਨੂੰ ਫ੍ਰੀ ਮਾਰਕੀਟ ਕਹਿ ਦਿੰਦੇ ਹੋ। ਅਮਰੀਕਾ ਕੈਨੇਡਾ 'ਚ ਵੀ ਇਹ ਕਾਨੂੰਨ ਫੇਲ ਹੋ ਚੁੱਕਿਆ ਹੈ।
ਇਹ MSP ਖਤਮ ਕਰਨ ਦਾ ਤਰੀਕਾ ਹੈ। ਨਿਰਧਾਰਿਤ ਰੇਟ ਜੋ ਘੱਟ ਤੋਂ ਘੱਟ ਫਸਲ ਲਈ ਮਿਲਦਾ ਹੈ। ਹੁਣ ਸਰਕਾਰ ਕੀ ਕਰ ਰਹੀ ਹੈ, ਬਰਾਬਰ ਤੇ ਪ੍ਰਾਈਵੇਟ ਮੰਡੀਆਂ ਲਿਆ ਰਹੀ ਹੈ ਸਰਕਾਰੀ ਮੰਡੀ ਦੇ ਬਰਾਬਰ। ਉਹਦੇ ਨਾਲ ਕੀ ਹੋਵੇਗਾ, ਤੁਹਾਨੂੰ ਰੇਟ ਦੁੱਗਣਾ ਦੇਵੇਗਾ ਪੂੰਜੀਪਤੀ ਕਾਰਪੋਰੇਟ ਘਰਾਣਾ। ਸਮਝਿਓ ਇਸ ਗੱਲ ਨੂੰ, ਕਿਉਂਕਿ ਇਹ ਇਕੱਲਾ ਕਿਸਾਨਾਂ ਦਾ ਅੰਦੋਲਨ ਨਹੀਂ ਹੈ, ਸਮੁੱਚੀ ਦੁਨੀਆ ਦਾ ਹੈ। ਉਹ ਪ੍ਰਾਈਵੇਟ ਮੰਡੀ 'ਚ ਰੇਟ ਵੱਧ ਦੇਵੇਗਾ, ਮੰਡੀ ਵੀ ਸੋਹਣੀ ਬਣੀ ਹੋਵੇਗੀ। ਸਰਕਾਰੀ ਮੰਡੀ 'ਚ ਕਿਸਾਨ ਸਾਰੀ ਦਿਹਾੜੀ ਖੱਪ ਜਾਂਦਾ, ਮਾਲ ਤਲਾਉਂਦਾ ਤਲਾਉਂਦਾ ਘੱਟਾ ਮਿੱਟੀ ਪੈਂਦਾ ਹੈ। ਬਰਾਬਰ ਤੇ ਪ੍ਰਾਈਵੇਟ ਮੰਡੀ AC ਲੱਗਾ ਹੋਵੇਗਾ, ਉਹ ਕੰਡੇ ਤੋਂ ਕੱਢਣਗੇ ਟਰੈਕਟਰ ਟਰਾਲਾ, ਤੁਹਾਡਾ ਮਾਲ ਤੋਲ ਕੇ ਆਖਣਗੇ ਜਾਓ ਜੀ ਘਰ ਨੂੰ ਜਾਓ। ਰੇਟ ਵੱਧ ਦੇਣਗੇ, ਤੁਹਾਡਾ ਮਨ ਡੋਲੇਗਾ ਵੀ ਸਰਕਾਰੀ ਮੰਡੀ 'ਚ ਭਾਅ 2000 ਤੇ 2500 ਦੇਣ। ਤੁਸੀਂ ਪ੍ਰਾਈਵੇਟ ਮੰਡੀ ਨੂੰ ਤੁਰ ਪੈਣਾ, 2-4 ਸਾਲ ਤੁਹਾਨੂੰ ਵੱਧ ਭਾਅ ਦੇਣਗੇ ਕਾਰਪੋਰੇਟ ਘਰਾਣੇ। ਉਹਦੇ ਬਾਅਦ ਪਤਾ ਤੁਸੀਂ ਕੀ ਕਰਨਾ, ਤੁਸੀਂ ਸਰਕਾਰੀ ਮੰਡੀ ਮਾਲ ਨਹੀਂ ਲਿਜਾਣਾ। ਸਰਕਾਰ ਨੇ ਕਹਿਣਾ ਹੈ ਹੁਣ ਮੰਡੀ ਦਾ ਨੁਕਸਾਨ ਹੋ ਰਿਹਾ ਹੈ, MSP ਦੇ ਨਾਲ ਨਾਲ ਸਰਕਾਰੀ ਮੰਡੀ ਖਤਮ ਕਰ ਦਈਏ ਕਿਉਂਕਿ ਇੱਥੇ ਫਸਲ ਨਹੀਂ ਆ ਰਹੀ। ਜਦੋਂ ਕੋਈ ਇਰਦ ਗਿਰਦ ਮੰਡੀ ਨਾ ਰਹੀ ਤੇ ਫਿਰ ਕਾਰਪੋਰੇਟ ਘਰਾਣੇ ਨੇ ਕਹਿਣਾ ਕਿਸਾਨਾਂ ਸਾਨੂੰ ਡਰ ਸੀ ਕਿਤੇ ਅਸੀਂ ਰੇਟ ਬਰਾਬਰ ਦਿੱਤਾ ਸਰਕਾਰੀ ਮੰਡੀ ਦੇ ਤੇ ਤੂੰ ਸਰਕਾਰੀ ਮੰਡੀ ਦੌੜੇਗਾ, ਅਸੀਂ ਵੱਧ ਰੇਟ ਦਿੱਤਾ ਸੀ, ਤੈਨੂੰ ਲਾਲਚ ਦਿੱਤਾ ਸੀ, ਹੁਣ ਸਰਕਾਰੀ ਮੰਡੀ ਨਹੀਂ ਰਹੀ, ਦੌੜ ਲਾ ਜਿੱਥੇ ਦੌੜਨਾ। 2000 ਵਾਲਾ ਫਸਲ ਦਾ ਜਿਹੜਾ MSP ਦਾ ਮੁੱਲ ਹੈ ਤੈਨੂੰ 1000 ਹੀ ਦੇਣਾ ਹੀ ਹੋਣਾ। ਉਹ ਮਾਰੀ ਦਾ ਕਿਸਾਨ ਵੇਚੇਗਾ ਕਿਉਂਕਿ ਸਰਕਾਰੀ ਮੰਡੀ ਨਹੀਂ ਹੋਣੀ। ਦੂਸਰਾ, ਐਸੈਂਸ਼ੀਅਲ ਕਮੋਡਿਟੀ, ਜ਼ਰੂਰੀ ਵਸਤੂਆਂ ਜਿਹੜੀਆਂ ਸੋਧ ਕੀਤੀ ਹੈ, ਜਿਹੜਾ ਐਕਟ ਹੈ। ਹੁਣ ਹੁੰਦਾ ਕੀ ਹੈ, ਇਹ ਕਹਿੰਦੇ ਜਿੰਨੀ ਮਰਜ਼ੀ ਸਟੋਰੇਜ ਕਰ ਲਓ। ਅੱਗੇ ਪਾਬੰਦੀ ਸੀ ਵੀ ਸਿਰਫ ਇੰਨਾ ਹੀ ਸਟੋਰ ਕਰ ਸਕਦੇ ਆ, ਹੁਣ ਖੁੱਲ੍ਹ ਦੇ ਦਿੱਤੀ ਹੈ ਵੀ ਜਿੰਨਾ ਮਰਜ਼ੀ ਕਾਰਪੋਰੇਟ ਘਰਾਣੇ ਸਟੋਰ ਕਰ ਲੈਣ। ਮੈਂ ਤੁਹਾਨੂੰ ਦੱਸ ਦੇਵਾਂ, 100 ਏਕੜ ਵਾਲੇ ਕਿਸਾਨ ਕੋਲ ਵੀ ਪ੍ਰਬੰਧ ਨਹੀਂ ਹੈ ਵੀ ਉਹ ਸਟੋਰੇਜ ਕਰ ਸਕੇ। ਸਟੋਰੇਜ ਕੌਣ ਕਰੇਗਾ, ਵੱਡੇ ਵੱਡੇ ਪੂੰਜੀਪਤੀ ਕਾਰਪੋਰੇਟ ਘਰਾਣੇ, ਬੰਬੇ ਦੇ ਸੇਠ। ਉਹ ਕਣਕ, ਆਲੂ, ਚਾਵਲ ਸਭ ਕੁਝ ਉਹਨਾਂ ਸਟੋਰ ਕਰ ਲੈਣਾ, ਮਾਰਕੀਟ ਵਿੱਚੋਂ ਮੰਦੀ ਲਿਆਉਣਗੇ, ਸਪਲਾਈ ਬੰਦ ਕਰ ਦੇਣਗੇ। ਜਦੋਂ ਮਾਰਕੀਟ ਵਿੱਚ ਸਪਲਾਈ ਨਾ ਆਈ ਤੇ ਅਸੀਂ ਭੁੱਖੇ ਮਰਨਾ, ਦੌੜੇ ਫਿਰਨਾ ਵੀ ਕਿਤੇ ਗੰਢੇ ਮਿਲ ਜਾਣ, ਆਲੂ ਮਿਲ ਜਾਣ, ਚੌਲ ਮਿਲ ਜਾਣ, ਖਾਈਏ ਕੀ। ਜਦੋਂ ਐਨ ਸ਼ਿਖਰਾਂ ਤੇ ਡਿਮਾਂਡ ਚਲੀ ਗਈ, ਫਿਰ ਉਹ ਜਿਹੜੇ ਚੌਲ 100 ਰੁਪਏ ਨੂੰ ਨੇ ਉਹ 500 ਨੂੰ ਕਿਲੋ, ਜਿਹੜੇ ਗੰਢੇ 100 ਨੂੰ ਨੇ ਉਹ 200 ਨੂੰ ਕਿਲੋ। ਮਰਜ਼ੀ ਦੇ ਨਾਲ ਭਾਅ ਲਾਉਣਗੇ। ਤੇ ਜਿਹੜੇ ਤੁਸੀਂ ਮਿਡਲ ਕਲਾਸ ਲੋਕ ਹੋ ਨਾ, ਸੋਚਦੇ ਹੋ ਵੀ ਦੁਕਾਨਦਾਰ ਤੇ ਕੀ ਇਫੈਕਟ ਹੈ, ਇਹ ਤੇ ਕਿਸਾਨਾਂ ਦਾ ਮਸਲਾ ਹੈ। ਤੁਹਾਡੀ ਥਾਲੀ ਜਿਹੜਾ 50 ਰੁਪਈਆਂ ਦਾ ਭੋਜਨ ਅੱਜ ਪੱਕਦਾ ਹੈ ਉਹ 500 ਨੂੰ ਪੱਕੇਗਾ, ਇਸ ਗੱਲ ਦਾ ਖਿਆਲ ਰੱਖਿਓ। ਅੱਗੇ ਕਿਸਾਨ ਸਸਤਾ ਵੇਚਦਾ ਸੀ, ਤੁਹਾਨੂੰ ਮਾਰਕੀਟ 'ਚੋਂ ਸਸਤਾ ਮਿਲਦਾ ਸੀ। 2-5 ਰੁਪਈਆਂ ਦੀ ਜਿਹੜੀ ਛੱਲੀ ਹੈ ਨਾ ਕਿਸਾਨ ਵੇਚਦਾ ਹੈ, ਉਹ 50 ਰੁਪਈਆਂ ਨੂੰ ਰਿਲਾਇੰਸ ਦੇ ਸਟੋਰ ਤੇ ਤੁਹਾਨੂੰ ਮਿਲਦੀ ਹੈ। ਫਿਰ ਸਾਰੀ ਫਸਲ ਹੀ ਇਦਾਂ ਤੁਹਾਨੂੰ ਮਿਲੇਗੀ। ਇਹ ਮਿਡਲ ਕਲਾਸ ਇਹਦੇ ਨਾਲ ਇਫੈਕਟ ਹੋਵੇਗੀ। ਭਾਰਤ ਦੇ 80% ਲੋਕ 5 ਗੁਣਾ ਵੱਧ ਮਹਿੰਗਾਈ ਵਿੱਚ ਜਾ ਕੇ ਭੋਜਨ ਛਕਣਗੇ, ਤਰਲੇ ਲੈਣਗੇ। ਤੀਸਰਾ ਹੈ ਕੰਟਰੈਕਟ ਫਾਰਮਿੰਗ। ਪਿੰਡਾਂ ਵਿੱਚ 50,000 ਠੇਕਾ ਚੱਲਦਾ ਪੈਲੀ ਦਾ, ਕਾਰਪੋਰੇਟ ਘਰਾਣੇ ਕਹਿਣਗੇ ਜੱਟਾ 1 ਲੱਖ ਰੁਪਈਆ ਚੁੱਕ, ਪਰ 15 ਸਾਲ ਦਾ ਮੇਰੇ ਨਾਲ ਕੰਟਰੈਕਟ ਕਰ ਲੈ ਤੂੰ। ਅਸੀਂ ਕਹਿਣਾ ਵੀ 50,000 ਠੇਕਾ ਕਿਉਂ ਲੈਣਾ, ਲੱਖ ਲਈਏ, ਲਾਲਚ ਕਰਾਂਗੇ। ਲਿਖਤ ਕਰ ਲੈਣੀ ਹੈ 15 ਸਾਲ ਦੀ, ਲੱਖ ਰੁਪਈਏ ਨੂੰ ਪੈਲੀ ਅਸੀਂ ਠੇਕੇ ਤੇ ਦੇ ਬਹਿਣੀ ਹੈ। 1 ਸਾਲ ਉਹ ਲੱਖ ਦੇਵੇਗਾ, ਅਗਲੇ ਸਾਲ ਉਹਨੇ ਕੀ ਕਰਨਾ, ਉਹਨੇ ਕਹਿਣਾ ਵੀ ਫਸਲ ਚੰਗੀ ਨਹੀਂ ਹੋਈ ਭਰਾਵਾ, ਮੈਂ 20,000 ਦੇ ਸਕਦਾ। ਅਸੀਂ ਆਖਾਂਗੇ ਤੂੰ ਲਿਖਤ ਕੀਤੀ ਹੈ, ਮੈਂ ਪੰਚਾਇਤ ਸੱਦਣ ਲੱਗਾ ਪਿੰਡ ਵਿੱਚ। ਹੁਣ ਕੀ ਉਹ ਬੰਬੇ ਵਾਲਾ ਸੇਠ ਤੁਹਾਡੀ ਪੰਚਾਇਤ ਚਾਹਵੇਗਾ? ਉਹ ਕੀ ਸਮਝਦਾ ਹੈ ਤੁਹਾਡੇ ਪਿੰਡ ਦੇ ਸਰਪੰਚ ਨੂੰ? ਦੂਜੀ ਆਪਸ਼ਨ, ਤੁਸੀਂ ਕਹਿਣਾ ਮੈਂ ਥਾਣੇ ਚੱਲਿਆ, ਮੈਂ ਪੁਲਿਸ ਕੋਲ ਚੱਲਿਆ। ਕੀ ਥਾਣੇ ਦਾ SHO ਤੁਹਾਡੀ ਸੁਣੇਗਾ ਕਿ ਉਹ ਪੂੰਜੀਪਤੀ ਦੀ ਸੁਣੇਗਾ ਜਿਹੜਾ ਦੇਸ਼ ਦੀ ਸਰਕਾਰ ਬਣਾ ਸਕਦਾ ਹੈ ਕਰੋੜਾਂ ਰੁਪਈਏ ਲਾ ਕੇ? ਤੀਜੀ ਆਪਸ਼ਨ ਤੁਹਾਡੇ ਕੋਲ ਕੀ ਹੈ? ਗੁੱਸੇ ਵਿੱਚ ਆ ਕੇ ਆਖੋਗੇ ਮੈਂ ਗਲ ਪੈਣਾ ਹੈ ਸਟੋਰੇਜ ਵਾਲਿਆਂ ਦੇ, ਜਿੰਨਾ ਕੰਟਰੈਕਟ ਕੀਤਾ ਹੈ ਮੇਰੇ ਸਾਈਨ ਕਰਾਏ ਨੇ। ਉਹ ਹੱਥ ਜੋੜ ਦੇਣਗੇ, ਭਾਈ ਜੀ ਅਸੀਂ ਵੀ ਨੌਕਰ ਹਾਂ ਬੰਬੇ ਵਾਲੇ ਸੇਠ ਦੇ, ਉਹਨੂੰ ਪੁੱਛੋ ਜਾ ਕੇ। ਚੌਥੀ ਆਪਸ਼ਨ ਕੀ ਹੈ? ਤੁਸੀਂ ਆਖੋਗੇ ਮੈਂ ਕੋਰਟ ਚੱਲਿਆ ਤੇ ਸਰਕਾਰ ਨੇ ਤੁਹਾਡੇ ਹੱਥ ਪਹਿਲਾਂ ਹੀ ਵੱਢ ਲਏ ਨੇ ਕਾਨੂੰਨ ਨਾਲ, ਕੋਰਟ 'ਚ ਤੁਸੀਂ ਨਹੀਂ ਜਾ ਸਕਦੇ। ਤੁਸੀਂ ਜਾਓਗੇ DC ਦੇ SDM ਦੇ। ਮੈਨੂੰ ਦੱਸੋ ਵੀ 5 ਏਕੜ ਵਾਲੇ ਗਰੀਬ ਕਿਸਾਨ ਦੀ ਸੁਣੇਗਾ ਡਿਪਟੀ ਕਮਿਸ਼ਨਰ ਕੇ ਬੰਬੇ ਦੇ ਵੱਡੇ ਸੇਠ ਦੀ ਸੁਣੇਗਾ? ਓਏ ਉਹ ਲੱਖਾਂ ਰੁਪਈਆ ਟੇਬਲ ਤੇ ਸੁੱਟੇਗਾ, ਤੂੰ ਕੀ ਦੇ ਸਕਦਾ ਹੈ ਗਰੀਬ ਬੰਦਾ? ਦੱਸ।
ਜਿੱਥੇ ਮਾਇਆ ਹੈ ਨਿਆਂ ਵੀ ਉਧਰ ਨੂੰ ਹੀ ਝੁਕੇਗਾ। ਇਹ ਹੈ ਕੰਟਰੈਕਟ ਫਾਰਮਿੰਗ। ਫਿਰ ਤੁਸੀਂ ਆਖਣਾ ਅੱਛਾ ਜੀ ਹੁਣ 20,000 ਹੀ ਮਿਲੇਗਾ, ਪੈਸੇ ਨਹੀਂ ਵੱਧ ਸਕਦੇ। ਉਹਨੇ ਕਹਿਣਾ ਨਹੀਂ। ਤੁਸੀਂ ਕਹਿਣਾ ਮੇਰੀ ਜਗ੍ਹਾ ਛੱਡ ਦੇ, ਤੂੰ ਜ਼ਮੀਨ ਛੱਡ ਦੇ। ਉਹਨੇ ਕਹਿਣਾ ਭਾਈ ਨਹੀਂ, ਤੂੰ 15 ਸਾਲ ਦਾ ਕੰਟਰੈਕਟ ਕੀਤਾ ਹੈ, ਤੂੰ ਜ਼ਮੀਨ ਨਹੀਂ ਲੈ ਸਕਦਾ। ਫਿਰ ਪਤਾ ਕੀ ਕਰੇਗਾ ਕਿਸਾਨ? ਹੱਥ ਜੋੜੇਗਾ, ਮੈਨੂੰ ਜੋ ਦੇਣਾ ਹੈ ਦੇ ਦਿਓ, ਮੇਰੀ ਜ਼ਮੀਨ ਲੈ ਲਵੋ। ਇੱਦਾਂ ਹਜ਼ਾਰਾਂ ਏਕੜ ਖਰੀਦ ਕੇ ਕਾਰਪੋਰੇਟ ਘਰਾਣੇ, ਕਿਉਂਕਿ ਐਗਰੀਕਲਚਰ ਇਨਕਮ ਤੇ ਟੈਕਸ ਨਹੀਂ ਹੈ, ਆਪਦਾ ਬਲੈਕ ਮਨੀ ਵਾਈਟ ਕਰਨਗੇ। ਇਸ ਇਨਕਮ ਦੇ ਥਰੂ ਮਰਜ਼ੀ ਨਾਲ ਭਾਅ ਰੱਖਣਗੇ ਫਸਲਾਂ ਦੇ। ਤੁਹਾਨੂੰ 5 ਗੁਣਾ ਵੱਧ ਮਾਇਆ ਦੇ ਕੇ ਭੋਜਨ ਛਕਣਾ ਪਵੇਗਾ। ਹਾਹਾਕਾਰ ਮਚੇਗੀ ਭਾਰਤ ਵਰਸ਼ ਅੰਦਰ। ਤਾਂ ਮੈਂ ਕਹਿੰਦਾ ਹਾਂ ਵੀ ਇਹ ਇਕੱਲਾ ਕਿਸਾਨਾਂ ਦਾ ਅੰਦੋਲਨ ਨਹੀਂ, ਇਹ ਤੁਹਾਡਾ ਭਾਰਤ ਵਰਸ਼ ਦੇ ਲੋਕਾਂ ਦਾ ਅੰਦੋਲਨ ਹੈ। ਪੂੰਜੀਪਤੀਆਂ ਨੇ ਪੈਸਾ ਲਾ ਕੇ ਭਾਰਤ ਦੀ ਸਰਕਾਰ ਬਣਾਈ ਹੈ, ਔਰ ਇਹ ਦੂਣਾ ਕਰਕੇ ਉਹਨਾਂ ਨੂੰ ਮੋੜ ਰਹੇ ਨੇ ਵੀ ਤੁਸੀਂ ਐਗਰੀਕਲਚਰ ਇਨਕਮ ਬਣਾਓ, ਹਜ਼ਾਰਾਂ ਏਕੜ 'ਚ ਫਾਰਮਿੰਗ ਕਰੋ, ਤੁਹਾਨੂੰ ਟੈਕਸ ਨਹੀਂ ਲੱਗੇਗਾ। ਜਦੋਂ ਕਰੋੜਾਂ ਰੁਪਈਆ ਪੂੰਜੀਪਤੀਆਂ ਨੂੰ, ਕਾਰਪੋਰੇਟ ਘਰਾਣਿਆਂ ਨੂੰ ਟੈਕਸ ਬਚੇਗਾ ਤੇ ਉਹ ਅੱਧਾ ਸਰਕਾਰ ਨੂੰ ਉੱਦਾਂ ਹੀ ਗੱਫਾ ਦੇਣਗੇ ਵੀ ਚਲੋ ਅਗਲੀ ਇਲੈਕਸ਼ਨ 'ਚ ਖਰਚ ਕਰ ਲਵੋ। ਇਹ ਗੇਮ ਇਹ ਚੱਲ ਰਹੀ ਹੈ, ਤੁਹਾਡੇ ਗਿਰੇਬਾਨ ਨੂੰ ਹੱਥ ਪਾਇਆ ਜਾ ਰਿਹਾ ਹੈ। ਔਰ ਜਿਹੜੇ ਇਸ ਲਹਿਰ ਨੂੰ ਖਾਲਿਸਤਾਨ ਦੇ ਨਾਮ ਤੇ ਬਦਨਾਮ ਕਰ ਰਹੇ ਨੇ ਨੈਸ਼ਨਲ ਮੀਡੀਏ ਵਾਲੇ, ਮੈਂ ਉਹਨਾਂ ਨੂੰ ਦੱਸ ਦਵਾਂ, ਖਾਲਿਸਤਾਨ ਦਾ ਹਊਆ ਨਾ ਲੋਕਾਂ ਨੂੰ ਦਿਖਾਓ। ਖਾਲਸਾ ਰਾਜ ਦੀ ਗੱਲ ਦੱਸਾਂ, 17 ਵਾਰ ਖਾਲਸਿਆਂ ਦਿੱਲੀ ਜਿੱਤੀ, ਫਿਰ ਸਨਾਤਨ ਮਤ ਨੂੰ ਅੱਜ ਦਿੱਲੀ ਮਿਲੀ ਹੈ। ਜੇ ਖਾਲਸੇ ਮੁਗਲਾਂ ਕੋਲੋਂ ਦਿੱਲੀ ਨਾ ਜਿੱਤਦੇ ਤੇ ਤੁਹਾਡੇ ਕੋਲ ਤਖਤ ਨਾ ਹੁੰਦਾ। ਸਾਡੇ ਬਾਬਾ ਬੰਦਾ ਸਿੰਘ ਬਹਾਦਰ ਨੇ ਹਕੂਮਤਾਂ ਨੂੰ ਮਿੱਟੀ ਵਿੱਚ ਮਿਲਾਇਆ, ਪੂੰਜੀਪਤੀਆਂ ਕੋਲੋਂ ਪੈਲੀਆਂ ਖੋਹ ਕੇ ਗਰੀਬਾਂ ਨੂੰ, ਕਿਸਾਨਾਂ ਨੂੰ ਦਵਾਈਆਂ। ਉਹਦੇ ਬਾਅਦ 12 ਮਿਸਲਾਂ ਦੇ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜੀਆ, ਬਾਬਾ ਬਘੇਲ ਸਿੰਘ ਹੁਣਾ ਦਿੱਲੀ ਜਿੱਤੀ, ਪੂੰਜੀਪਤੀਆਂ ਤੋਂ ਪੈਲੀਆਂ ਲੈ ਕੇ ਕਿਸਾਨਾਂ ਨੂੰ ਲਿਖ ਕੇ ਦਿੱਤੀਆਂ। ਫਿਰ ਪੰਜਾਬ ਦਾ ਬੇਤਾਜ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਬਣਿਆ। ਖਾਲਸੇ ਦਾ ਰਾਜ ਵੇਖੋ, ਹਰਮੰਦਰ ਸਾਹਿਬ ਤੇ ਸੋਨਾ ਲਾ ਕੇ ਨਾਲ ਹਿੰਦੂ ਵੀਰਾਂ ਦੇ ਰਾਮ ਤੀਰਥ ਨੂੰ ਸੋਨਾ ਦਿੱਤਾ, ਮਸਜਿਦਾਂ ਬਣਾ ਕੇ ਦਿੱਤੀਆਂ। ਰਾਜਾ ਰਣਜੀਤ ਸਿੰਘ ਰਾਤ ਬਰਾਤੇ ਭੇਸ ਬਦਲ ਕੇ ਲੋਕਾਂ ਵਿੱਚ ਜਾਵੇ ਵੀ ਮੇਰੀ ਜਨਤਾ ਭੁੱਖੀ ਨਾ ਮਰਦੀ ਹੋਵੇ। ਕਾਲ ਪੈ ਗਿਆ। ਅੱਜ ਦੀ ਸਰਕਾਰ ਗਦਾਮ ਨੂੰ ਜਿੰਦਰੇ ਲਾ ਲਈ ਹੈ। ਰਾਜਾ ਰਣਜੀਤ ਸਿੰਘ ਨੇ ਖਜ਼ਾਨਿਆਂ ਦੇ ਮੂੰਹ ਖੋਲ ਕੇ ਪੰਡਾਂ ਭਰ ਕੇ ਗਦਾਮ ਦੇ ਵਿੱਚੋਂ ਰਾਤ ਨੂੰ ਮੋਢਿਆਂ ਤੇ ਚੁੱਕ ਕੇ ਗਰੀਬਾਂ ਘਰੀਂ ਪਹੁੰਚਾਈਆਂ। ਐਸਾ ਦਰਿਆ ਦਿਲ ਰਾਜਾ, ਇਹ ਹੈ ਹਲੇਮੀ ਰਾਜ। ਉਹ ਏਡਾ ਵੱਡਾ ਰਾਜਾ ਸੀ, ਇੱਕ ਬੀਬੀ ਨਾ ਲੋਹੇ ਦਾ ਤਵਾ ਲੈ ਕੇ ਨਾ ਉਹਦੇ ਪੈਰਾਂ ਨਾਲ ਘਸਾਵੇ, ਕਹਿੰਦਾ ਬੁੱਢੀ ਮਾਈ ਇਹ ਕੀ ਕਰਦੀ ਐ ਮਾਂ, ਪੈਰਾਂ ਨੂੰ ਤੇ ਮੈਂ ਤੇਰੇ ਹੱਥ ਲਾਵਾਂ, ਤੂੰ ਮੇਰੀ ਮਾਂ ਹੈ। ਕਹਿੰਦੀ ਰਾਜਾ ਮੈਂ ਸੁਣਿਆ ਤੂੰ ਪਾਰਸ ਹੈ, ਜਿਹੜਾ ਤੇਰੇ ਨਾਲ ਛੂਹ ਜਾਂਦਾ ਹੈ ਸੋਨਾ ਬਣ ਜਾਂਦਾ ਹੈ। ਖੇੜੇ ਵਿੱਚ ਆਇਆ ਰਾਜਾ, ਕਹਿੰਦਾ ਉਹ ਬੁੱਢੀ ਮਾਈ ਦਾ ਤਵਾ ਤੋਲੋ, ਇਸ ਲੋਹੇ ਦੇ ਤਵੇ ਦੇ ਬਦਲੇ ਸੋਨਾ ਭਰ ਕੇ ਦੇ ਦਿਓ, ਇਹਨੂੰ ਮੋਹਰਾਂ ਭਰ ਕੇ ਦੇ ਦਿਓ ਇਸ ਨੂੰ। ਇਹ ਹੈ ਹਲੇਮੀ ਰਾਜ, ਇਹ ਹੈ ਖਾਲਸੇ ਦਾ ਰਾਜ। ਖਾਲਸੇ ਦਾ ਰਾਜ ਕੋਈ ਰਾਈਫਲਾਂ ਦਾ ਰਾਜ ਨਹੀਂ, ਕੋਈ ਅੱਤਵਾਦ ਦਾ ਰਾਜ ਨਹੀਂ। ਇਹ ਲੋਕ ਬਦਨਾਮ ਕਰ ਰਹੇ ਨੇ ਭਾਰਤ ਵਰਸ਼ ਦੇ ਕਾਨੂੰਨ ਥੱਲੇ। ਜਿੱਥੇ ਭਾਰਤ ਦੇ ਕਿਸਾਨ ਦੱਬੇ ਗਏ, ਅੱਜ ਪੰਜਾਬ ਦੇ ਸਿੱਖਾਂ ਆਵਾਜ਼ ਉਠਾਈ ਤੇ ਸਾਡੇ ਹਿੰਦੂ ਵੀਰ ਰਾਜਸਥਾਨ ਦੇ ਨੇ, ਚਾਹੇ ਮੁਸਲਮਾਨ ਵੀਰ, ਚਾਹੇ ਈਸਾਈ ਨੇ, ਬਿਹਾਰ ਦੇ ਨੇ, ਯੂਪੀ ਦੇ ਨੇ, ਹਰਿਆਣੇ ਦੇ ਨੇ, ਸਾਰੇ ਨਾਲ ਚੱਲ ਪਏ ਨੇ। ਇਹ ਲਹਿਰ ਭਾਰਤ ਵਰਸ਼ ਦੇ ਕਿਸਾਨਾਂ ਦੀ ਲਹਿਰ ਬਣ ਗਈ ਹੈ, ਇੱਕ ਧਰਮ ਦੀ ਨਹੀਂ। ਜੇ ਰਾਜਾ ਰਣਜੀਤ ਸਿੰਘ ਵਾਂਗ ਰਾਜ ਕਰਨਾ ਹੈ ਤੇ ਉਹਦਾ ਜੀਵਨ ਪੜ੍ਹੋ। ਅੱਜ ਦੇ ਹੁਕਮਰਾਨੋ, ਖਾਲਸੇ ਦਾ ਰਾਜ ਸੀ ਸਭ ਸੁਖਾਲੀ ਵੁੱਠੀਆਂ, ਇਹੋ ਹੋਆ ਹਲੇਮੀ ਰਾਜ ਜੀਓ। ਹਲੇਮੀ ਰਾਜ ਜਿੱਥੇ ਸਾਰੇ ਧਰਮਾਂ ਦੇ ਲੋਕ ਖੁਸ਼ ਰਹਿਣ, ਇਹ ਖਾਲਸੇ ਦਾ ਰਾਜ ਸੀ। ਜੇ ਰਾਜ ਕਰਨਾ ਹੈ ਤੇ ਖਾਲਸਿਆਂ ਵਾਂਗ ਕਰੋ। ਅਸੀਂ ਇਕੱਲਾ ਰਾਜ ਕੁਰਸੀ ਤੇ ਹੀ ਨਹੀਂ ਕੀਤਾ, ਲੋਕਾਂ ਦੇ ਦਿਲਾਂ ਵਿੱਚ ਵੀ ਸਾਡੇ ਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਹੈ। ਐਸਾ ਰਾਜ ਚਾਹੀਦਾ ਹੈ ਲੋਕਾਂ ਦਾ। ਸੋ ਇੱਥੇ ਲੰਗਰਾਂ ਦੇ ਵਿੱਚ, ਜਿੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਕਮੇਟੀ, ਸਮੂਹ ਧਾਰਮਿਕ ਸੰਪਰਦਾਵਾਂ, ਬੜੀਆਂ ਬੜੀਆਂ NGOs ਲੰਗਰ ਚਲਾ ਰਹੀਆਂ ਨੇ, ਦਿੱਲੀ ਦੇ ਝੁੱਗੀਆਂ ਝੌਂਪੜੀਆਂ 'ਚ ਰਹਿਣ ਵਾਲੇ ਲੋਕ ਇੰਨੇ ਖੁਸ਼ ਨੇ, ਕਹਿੰਦੇ ਮੋਰਚਾ ਲੰਮਾ ਚੱਲਣਾ ਚਾਹੀਦਾ, ਸਾਡੇ ਨਿਆਣਿਆਂ ਨੂੰ ਰੱਜ ਕੇ ਰੋਟੀ ਮਿਲ ਰਹੀ ਹੈ ਉਸ ਦਿਨ ਦੀ। ਓਏ ਅੱਜ ਤੁਸੀਂ ਕਹਿੰਦੇ ਹੋ ISI ਫਲਾਨੀ ਢਮਕਾਨੀ ਏਜੰਸੀ ਨੇ ਪੈਸਾ ਦਿੱਤਾ ਕਿਸਾਨਾਂ ਨੂੰ ਲੰਗਰ ਲਾਉਣ ਲਈ। ਮੈਂ ਹੈਰਾਨ ਹਾਂ, ਜਦੋਂ ਕੋਵਿਡ-19 ਸਾਰੀ ਦੁਨੀਆ ਦੇ ਧਾਰਮਿਕ ਸਥਾਨ, ਪਬਲਿਕ ਪ੍ਰਾਈਵੇਟ ਸੈਕਟਰ ਬੰਦ ਸੀ, ਸਾਡੇ ਗੁਰਧਾਮਾਂ ਨੇ ਘਰ ਘਰ ਤੁਹਾਡੇ ਲੰਗਰ ਪਹੁੰਚਾਇਆ। ਉਦਣ ਨਾ ਇਹ ਏਜੰਸੀਆਂ ਦਾ ਪੈਸਾ ਲੱਗਾ ਤੁਹਾਨੂੰ, ਉਦਣ ਤੇ ਚਪਾਕੇ ਮਾਰ ਕੇ ਖਾਂਦੇ ਸੀ।
ਅੱਜ ਜੇ ਅਸੀਂ ਆਪਣੇ ਲਈ ਕੁਝ ਮੰਗ ਰਹੇ ਹਾਂ, ਇਸ ਦੇਸ਼ ਦੇ ਬਸ਼ਿੰਦੇ ਹਾਂ, ਦੇਸ਼ ਨੂੰ ਆਜ਼ਾਦ ਕਰਾਉਣ ਲਈ 90% ਸਿੱਖਾਂ ਦੀਆਂ ਕੁਰਬਾਨੀਆਂ, ਤੁਹਾਡੇ ਨਾਲੋਂ ਵੱਧ ਤਖਤ ਤੇ ਬਹਿਣ ਵਾਲਿਓ ਸਾਡਾ ਦੇਸ਼ ਤੇ ਹੱਕ ਹੈ। ਜੇ ਹੱਕ ਮੰਗਦੇ ਆ ਤੇ ਅੱਤਵਾਦੀ ਹੋ ਗਏ। ਸੋ ਇਹ ਹਲੇਮੀ ਰਾਜ ਨਹੀਂ ਹੈ। ਹਲੇਮੀ ਰਾਜ ਇਹ ਜੇ ਭਾਰਤ ਮਾਤਾ ਹੈ ਤੇ ਬੁਰਕੀ ਇਹ ਸਾਰੇ ਪੁੱਤਰਾਂ ਨੂੰ ਇੱਕੋ ਜਿਹੀ ਦਵੇ। ਸੋ ਇਸ ਗੱਲ ਦਾ ਜ਼ਿਹਨ ਵਿੱਚ ਖਿਆਲ ਰੱਖਿਓ। ਇਹ ਲੰਗਰ ਖਾਲਸੇ ਦੇ ਚੱਲ ਰਹੇ ਨੇ, ਇਹ ਸਮੁੱਚੇ ਭਾਰਤ ਦਾ ਸੰਘਰਸ਼ ਹੈ। ਤੁਸੀਂ ਸਾਰਿਆਂ ਸਾਥ ਦੇਣਾ ਹੈ। ਮਹਾਰਾਜ ਫਤਿਹ ਬਖਸ਼ੇ। ਦਾਸ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਹੈ, ਜਿਨ੍ਹਾਂ ਨੇ ਪੰਥ ਚੋਂ ਸ਼ੰਕੇ ਕੱਢਣ ਲਈ ਦਸਮ ਗ੍ਰੰਥ ਸਾਹਿਬ ਦੀ ਪਾਕ ਕਥਾ ਕਰਵਾਈ ਹੈ। ਨਾਲ ਨਾਲ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦਾ ਧੰਨਵਾਦ। ਚੜ੍ਹਦੀ ਕਲਾ ਟਾਈਮ ਟੀਵੀ ਦਾ ਧੰਨਵਾਦ, ਜਿਹੜੇ ਕਰੋੜਾਂ ਸੰਗਤਾਂ ਤੱਕ ਇਹ ਕਥਾ ਵਿਚਾਰਾਂ ਪਹੁੰਚਾਉਂਦੇ ਨੇ। ਔਰ ਸੇਵਾ ਦੇ ਪੁੰਜ ਦਿੱਲੀ ਦੇ ਇਤਿਹਾਸਕ ਸਥਾਨਾਂ ਦੀ ਸੇਵਾ ਕਰਨ ਵਾਲੇ ਇੱਥੇ ਮਹਾਂਪੁਰਸ਼ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ, ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਜੀ, ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ, ਸਭ ਦਾ ਧੰਨਵਾਦ। ਧਰਮ ਪ੍ਰਚਾਰ ਕਮੇਟੀ ਦਿੱਲੀ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।